जी का खालसा वाहिगुरु जी की फतेह। दसां पातशाहियां दी हाजर नाजर जोत शब्द गुर पीरा सतगुरु साहिब श्री गुरु ग्रंथ साहिब जियां दी पवित्र अते पावन गोद विच सुशोभित होकर के आप जी शाम दे सुंदर दीवाना दा आनंद माण रहे हो। बड़भागा समा सतगुरां ने बख्शिश कीता है। जिस समय नूं आप जी निता प्रत सफला बनाउंदे हो, अज भी सतगुरां दी अपार किरपा होई, जुड़ बैठण दा सुभाग मिलिया। कल शाम दे दीवाना दे विच सतगुरां दे चोज आप जियां ने सरवण कीते सन। जदों औरंगजेब बादशाह ने गुरु तेग बहादुर साहब जियां दे कोलों दो गल्लां दा जवाब मंगिया। सतगुर जी तुसीं गुरु हो के झूठ क्यों बोले है ते दूजा करामात क्यों विखाई। जदों वजीर काजी मुल्ला सतगुरां दे पास जेड़ विच आके बैठे बचन बलास होए ने, गुरु तेग बहादुर पातशाह जी ने स्पष्ट कह दिता, ना ते ये झूठ है, ना ये फरेब है, ना ये करामात है। ये तुहाडे कीते हुए छल फरेब ते तुहाडीआं करतूतां दा फल है। जो मुर्दा सूर दे मास विचों सूर दे बच्चे पैदा होके तुहाडा धर्म तोड़ गए। जदों औरंगजेब बादशाह ने चाहया ते ये सी भी गुरु तेग बहादुर पातशाह माफी मंगणगे, पर होया कुछ होर। सतगुरां दा बेबाकी नाल दिता होया जवाब बादशाह नूं चुभ गया। अज औरंगजेब कसम खांदा है, सौं खा के आखण लगे जा ते सिखां दे गुरु करामात विखाउणगे, जा फिर इस्लाम दे विच आउणगे। जे नहीं आए ते मैं इन्हां नूं मार मुकाउणा है। बादशाह ने यह फैसला ले लिया। इत्थों तक आप जियां ने सतगुरां दे पावन जीवन दी वैरागमई कथा दा आनंद माणिया सी। आओ कुछ क समां मन चित बिरतियां नूं एकाग्र चित बनाइए, रसना करो पवित्र। गज वज के प्रेम सहित जपो जी सतनाम सिरे वाहिगुरु साहिब जी, सतनाम सिरे वाहिगुरु साहिब जी। दोहरा इत्यादिक तरकत महा, तुरकेशर मत मंद। नाश करियो चह राज को, हतस प्रताप बिलंद। दीन दुनिया दे मालिक गुरु तेग बहादुर पातशाह जी जिन्हां ने ये अगम्मी खेड़ आप वरताई है। औरंगजेब बादशाह दी कैद विच सतगुर बैठे पापी नरंगा सतगुरां दी हर गल उत्ते तर्क करदा है। ਜਿਹੜੇ ਮਨਮੁਖ ਅਤੇ ਸਾਖਤ ਲੋਕ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਕਰਦੇ ਉਹ ਕੁਝ ਸਕਦੇ ਨਹੀਂ, ਨਾ ਉੱਚੀਆਂ ਉਚਾਈਆਂ ਤੇ ਛੋ ਸਕਦੇ ਨੇ, ਨਾ ਕਦੇ ਸ਼ਾਂਤ ਹੋ ਸਕਦੇ। ਉਹਨਾਂ ਕੋਲ ਇੱਕ ਤਰਕ ਹੁੰਦੀ, ਤਰਕ ਕਿਸੇ ਵੀ ਚੀਜ਼ ਤੇ ਕਰਦੇ ਹੋ ਸੁਣਨ ਵਾਲਾ ਬੰਦਾ ਵੀ ਵਹਿਮ ਬਣਾ ਬੈਠਦਾ ਹੈ। ਹੁਣ ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰਾਂ ਦੇ ਜੀਵਨ ਤੇ ਤਰਕ ਕਰ ਦਿੱਤੀ, ਇਹਨਾਂ ਝੂਠ ਬੋਲਿਆ, ਕਰਾਮਾਤ ਕਿਉਂ ਵਿਖਾ ਦਿੱਤੀ। ਇਹ ਵੀ ਤੇ ਕਰਾਮਾਤ ਹੈ, ਮੁਰਦਿਆਂ ਨੂੰ ਜਿਉਂਦੇ ਕਰ ਦੇਣਾ। ਪਰ ਜਿਸ ਵੇਲੇ ਸਤਿਗੁਰਾਂ ਨੇ ਕੋਰਾ ਜਵਾਬ ਦਿੱਤਾ ਹੈ, ਔਰੰਗਜ਼ੇਬ ਤਕਰਾਰ ਕਰਦਾ ਹੈ, ਉਹਨੇ ਸਤਿਗੁਰਾਂ ਦੀ ਸਖਤੀ ਹੋਰ ਤੇਜ਼ ਕਰਤੀ। ਇੰਟੈਰੋਗੇਟ ਕੀਤਾ ਜਾਂਦਾ ਹੈ, ਤੰਗ ਪਰੇਸ਼ਾਨ ਮਾਨਸਿਕ ਤਰੀਕੇ ਨਾਲ, ਸਰੀਰਕ ਸ਼ੋਸ਼ਣ।
ਸਤਿਗੁਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਦਾਬੇ ਤੇ ਡਰਾਬੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਰੋਜ਼ ਦਿੱਤੇ ਜਾਂਦੇ ਨੇ। ਐ ਬਾਦਸ਼ਾਹ ਵਿਚਾਰ ਬਦਲ ਲਓ, ਜਾਤੀ ਮੁਸਲਮਾਨ ਹੋ ਜੋ, ਜਾਂ ਕਰਾਮਾਤ ਵਿਖਾ ਦਿਓ। ਜੇ ਤੁਸੀਂ ਇਸਲਾਮ ਵਿੱਚ ਵੀ ਨਹੀਂ ਆਉਣਾ ਚਾਹੁੰਦੇ, ਕਰਾਮਾਤ ਵਿਖਾਓ ਤੇ ਖਹਿੜਾ ਛੁੱਟ ਜਾਏਗਾ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਅੱਤ ਦੇ ਦੁੱਖਾਂ ਵਿੱਚ ਪਿੰਜਰੇ ਵਿੱਚ ਵੀ ਬੈਠੇ ਨੇ, ਕੈਦ ਵਿੱਚ, ਪਰ ਕਦੇ ਨਹੀਂ ਕਿਹਾ ਬਾਦਸ਼ਾਹ ਅਸੀਂ ਦੁਖੀ ਹਾਂ, ਤੂੰ ਸਾਡੇ ਨਾਲ ਧੱਕਾ ਕੀਤਾ। ਉਹ ਫੇਰ ਵੀ ਆਪਣੇ ਆਨੰਦ ਵਿੱਚ ਹਨ। ਚੋਪਈ ਇਸ ਪ੍ਰਕਾਰ ਗੁਰ ਕੈਦ ਮਝਾਰਾ, ਕਰਹਿ ਬਿਲਾਸ ਅਨੇਕ ਪ੍ਰਕਾਰਾ। ਔਰੰਗਜ਼ੇਬ ਬਾਦਸ਼ਾਹ ਆਪਣਾ ਪਾਪ ਨਿਤ ਕਮਾਉਂਦਾ ਹੈ, ਜੋ ਆਪਣਿਆਂ ਦਾ ਨਹੀਂ ਹੋਇਆ ਤੇ ਕਿਸੇ ਦਾ ਕਿੱਥੋਂ ਬਣੇਗਾ। ਉਸ ਬਾਦਸ਼ਾਹ ਦੀ ਸੋਚ ਸੀ, ਮੈਂ ਸਤਿਗੁਰਾਂ ਨੂੰ ਇੰਨਾ ਦੁਖੀ ਕਰਦੇ ਆ, ਜਾਂ ਤੇ ਧਰਮ ਤਬਦੀਲ ਕਰ ਲੈਣਗੇ ਜਾਂ ਫਿਰ ਮੌਤ ਕਬੂਲ ਕਰ ਲੈਣਗੇ। ਪਰ ਅੱਜ ਸਤਿਗੁਰਾਂ ਦਾ ਇਹ ਮਸਲਾ ਔਰੰਗਜ਼ੇਬ ਬਾਦਸ਼ਾਹ ਵਾਸਤੇ ਇੱਜ਼ਤ ਦਾ ਸਵਾਲ ਬਣਿਆ ਹੈ, ਕਿਉਂਕਿ ਸਾਰਾ ਹਿੰਦੁਸਤਾਨ ਬਾਦਸ਼ਾਹ ਦੀ ਤਰਫ ਵੇਖਦਾ ਹੀ ਨੇ। ਕਸਮ ਖਾਧੀ ਸੀ, ਮੈਂ ਸਿੱਖਾਂ ਦੇ ਗੁਰੂ ਨੂੰ ਪਹਿਲਾਂ ਮੁਸਲਮਾਨ ਬਣਾਵਾਂਗਾ, ਜਦੋਂ ਇਹ ਮੁਸਲਮਾਨ ਬਣ ਗਏ ਸਾਰਾ ਹਿੰਦੂ ਧਰਮ ਤੇ ਸਿੱਖ ਧਰਮ ਆਪੀ ਇਸਲਾਮ ਚ ਆ ਜਾਏਗਾ। ਪਰ ਜੋ ਕਿਹਾ ਸੀ ਮਾਣ ਦੇ ਨਾਲ, ਅੱਜ ਉਹ ਹੁੰਦਾ ਲੱਗਦਾ ਨਹੀਂ। ਹੋਵਹਿ ਦਿਨ ਪ੍ਰਤ ਬਹੁਤ ਕਰਾਈ, ਸਾਯੁਧ ਖਰੋ ਰਹੇ ਦਰ ਥਾਈ। ਕਹਿੰਦੇ ਜਿਉਂ-ਜਿਉਂ ਦਿਨ ਬਤੀਤ ਹੁੰਦੇ ਨੇ, ਤਿਉਂ-ਤਿਉਂ ਸਤਿਗੁਰਾਂ ਤੇ ਸਖਤੀ ਤੇ ਸਜ਼ਾਵਾਂ 'ਚ ਵਾਧਾ। ਹੁਣ ਜਿਹੜੇ ਪਹਿਰੇਦਾਰ ਪਹਿਲਾਂ 2-2 ਖੜੇ ਸੀ, ਦਿਨ ਰਾਤ ਜਾਗਦੇ ਨੇ, ਉਹਨਾਂ ਦੀ ਥਾਂ ਤੇ 4-4 ਹੋ ਗਏ। ਪਤਾ ਨਹੀਂ ਅੱਜ ਕਿੰਨੇ ਦਿਨ ਹੋ ਗਏ ਨੇ ਸਤਿਗੁਰਾਂ ਨੇ ਇੱਕ ਪਲਕ ਦੀ ਅੱਖ ਵੀ ਨਹੀਂ ਲਾਈ। ਜਿੱਥੇ ਸਤਿਗੁਰ ਕੈਦ ਵਿੱਚ ਬੈਠੇ ਨੇ, ਪਾਣੀ ਦੀ ਬੂੰਦ ਨਹੀਂ ਮਲਦੀ, ਖਾਣ ਵਾਸਤੇ ਭੋਜਨ ਦੀ ਕੁਰਾਈ ਨਹੀਂ। ਪਰ ਫੇਰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੇ ਜਿੰਨੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ, ਉਹਨੇ ਖੁਸ਼, ਉਹਨੇ ਪ੍ਰਸੰਨ, ਉਹਨੇ ਕੌਤਕ ਹੋਰ ਕਰਦੇ ਨੇ। ਰਾਤ ਦਿਵਸ ਮਹਿ ਏਕ ਸਮਾਨਾ, ਡਿਟ ਹੋਏ ਰਾਖੈ ਦੇਖੇ ਥਾਨਾ। ਕਹਿੰਦੇ ਜੇਲਰ ਦੀ ਤਬਾਦਲਾ ਕੀਤਾ ਗਿਆ, ਬਦਲੀ ਹੋਈ ਹੈ, ਕਿਉਂਕਿ ਸ਼ੱਕ ਸੀ ਜੇਲਰ ਸਤਿਗੁਰਾਂ ਨਾਲ ਤੇ ਨਹੀਂ ਕਿਤੇ ਮਿਲ ਗਿਆ। ਇਹ ਰਾਤ ਵੇਲੇ ਸਤਿਗੁਰਾਂ ਦੇ ਬੰਧਨ ਖੋਲ ਤੇ ਨਹੀਂ ਦਿੰਦਾ, ਨਵਾਂ ਜੇਲਰ ਲਾਇਆ ਗਿਆ। ਪਰ ਇਹ ਜੇਲਰ ਸਤਿਗੁਰਾਂ ਨੂੰ ਮੱਥਾ ਟੇਕਣ ਆਉਂਦਾ ਹੈ, ਨਿਤ ਗੁਰਾਂ ਨੂੰ ਨਮਸਕਾਰ ਕਰਦਾ ਹੈ। ਉਹ ਜਾਣਦਾ ਹੈ ਖੁਦਾ ਨੇ, ਇਹ ਪ੍ਰਮਾਤਮਾ ਨੇ, ਇਹ ਰੱਬ ਨੇ। ਰੱਬ ਨੂੰ ਦੁਨੀਆ ਦੀ ਕੋਈ ਤਾਕਤ ਬੰਨ ਨਹੀਂ ਸਕਦੀ, ਕਿਉਂਕਿ ਉਸ ਤਾਕਤ ਤੋਂ ਵੱਡੀ ਤਾਕਤ ਹੀ ਕੋਈ ਨਹੀਂ। ਬੰਦਾ ਤੇ ਵਹਿਮ ਕਰਦਾ ਮੈਂ ਬੜਾ ਕੁਝ ਕਰ ਲਵਾਂਗਾ, ਮੇਰਾ ਕਿਸੇ ਨੇ ਕੁਝ ਵਿਗਾੜ ਦਿੱਤਾ। ਇੱਥੇ ਨਾ ਕੋਈ ਕਿਸੇ ਦਾ ਵਿਗਾੜਦਾ ਤੇ ਨਾ ਕੋਈ ਸਵਾਰਦਾ, ਨਾ ਬੰਦਾ ਆਪਣੀ ਕਿਸਮਤ ਲਿਖ ਸਕਦਾ ਹੈ। ਜੋ ਲਿਖਿਆ ਕਰਤਾਰ ਦਾ, ਬਸ ਇਹ ਭੋਗਣ ਵਾਸਤੇ ਆਈਦਾ ਇਸ ਧਰਤੀ ਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਜਾਣਦੇ ਨੇ, ਇਹ ਔਰੰਗਜ਼ੇਬ ਬਾਦਸ਼ਾਹ ਤੇ ਸਾਡਾ ਕਰਦਾ ਹੀ ਕੁਝ ਨਹੀਂ, ਇਹਦਾ ਕੀ ਜ਼ੋਰ ਹੈ ਗੁਰੂ ਸਾਹਿਬ ਦਾ ਕੁਝ ਵਿਗਾੜ ਸਕੇ। ਇਹ ਰੱਬ ਦੀਆਂ ਲਿਖੀਆਂ ਨੇਤਾਂ ਸੀ, ਜਿਨ੍ਹਾਂ ਨੂੰ ਮਰਜ ਪੜ ਰਹੇ ਨੇ, ਜਿਨ੍ਹਾਂ ਵਿੱਚ ਵਿਚਰ ਰਹੇ ਨੇ। ਕਹਿੰਦੇ ਜਿਉਂ-ਜਿਉਂ ਦਿਨ ਵਿੱਚ ਸਖਤੀ ਹੁੰਦੀ, ਤਿਉਂ-ਤਿਉਂ ਰਾਤ ਨੂੰ ਵੀ ਸਖਤਾਈ। ਹੁਣ ਇਹ ਕਹਿ ਦਿੱਤਾ ਗੁਰੂ ਸਾਹਿਬ ਕਰਾਮਾਤੀ ਨੇ, ਇਹਨਾਂ ਤੇ ਨਜ਼ਰ ਵੱਧ ਰੱਖ ਲਓ। ਜਾਮ ਜਾਮਨੀ ਜਬ ਹੂੰ ਰਹੈ, ਤਬ ਸਤਿਗੁਰ ਮੱਜਨ ਕੋ ਚਹੈ। ਹੁਣ ਵੇਖੋ ਜੀ, ਮਨ ਵਿੱਚ ਇੱਕ ਸ਼ੰਕਾ ਆਉਂਦਾ ਵੀ ਸਤਿਗੁਰ ਤੇ ਸਿੱਖ ਨੂੰ ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੀ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਸਿੱਖ ਦਾ ਤੇ ਉਪਰਾਲਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਇੰਨੇ ਦਿਨਾਂ ਦੇ ਬੈਠੇ ਕਿ ਸਤਿਗੁਰੂ ਇਸ਼ਨਾਨ ਨਹੀਂ ਕਰਦੇ? ਕਰਦੇ ਨੇ। ਕਵੀ ਜੀ ਕਹਿੰਦੇ ਅੱਜ ਮੈਂ ਇਹ ਵੀ ਦੱਸਦੇ ਆ, ਜਦੋਂ ਪਹਿਰ ਰਾਤ ਰਹਿੰਦੀ ਹੈ, 4 ਪਹਿਰ ਦਾ ਦਿਨ ਹੁੰਦਾ ਹੈ, 8 ਪਹਿਰਾਂ ਦੇ 24 ਘੰਟੇ ਹੁੰਦੇ ਨੇ, ਇੱਕ ਪਹਿਰ 3 ਘੰਟਿਆਂ ਦਾ। ਅਜਨੀਆਂ ਸਾਡੀਆਂ ਘਟੀਆਂ ਬਣੀਆਂ ਨੇ, ਚਾਹੇ ਉਹ ਡਿਜੀਟਲ ਹੋਵੇ ਜਾਂ ਪੁਰਾਣੀਆਂ ਨੇ, 1 ਘੰਟੇ ਤੇ ਬਾਅਦ ਵਿੱਚ ਬਣੇ ਨੇ। ਪਹਿਲਾਂ ਪਹਿਰਾਂ ਤੇ ਦਿਨ ਚੱਲਦਾ ਸੀ, ਹੁਣ ਵੀ 3-3 ਘੰਟਿਆਂ ਦੇ ਵਿੱਚ ਇਹਨੂੰ ਸ਼ਿਫਟ ਕੀਤਾ ਜਾਂਦਾ ਹੈ। ਉਹਨਾਂ ਸਮਿਆਂ ਵਿੱਚ ਜਦੋਂ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਦਾ ਸਮੇਂ, ਗੁਰੂ ਤੇਗ ਬਹਾਦਰ ਪਾਤਸ਼ਾਹ ਚੌਂਕੜੇ ਚੋਂ ਉੱਠਦੇ ਨੇ। ਹੁਣ ਉਸ ਵੇਲੇ ਦੁਨੀਆ ਸੁੱਤੀ ਹੁੰਦੀ ਹੈ, ਜਦੋਂ ਸਤਿਗੁਰ ਜਾਗਦੇ ਨੇ, ਜਦੋਂ ਗੁਰੂ ਕਾ ਸਿੱਖ ਜਾਗੇ। ਅੰਮ੍ਰਿਤ ਵੇਲੇ ਜਾਗਣ ਦੇ ਲਾਭ ਕੀ ਨੇ? ਇੱਕ ਉਮਰ ਲੰਮੇਰੀ ਹੁੰਦੀ ਹੈ, ਆਕਸੀਜਨ ਮਿਲਦੀ ਹੈ, ਇਹੀ ਕਾਰਨ ਸੀ ਨਾ। ਸਿਹਤ ਸਵੱਛ, ਜੀਵਨ ਸਵੱਛ।
ਭਾਵੇਂ ਅੱਜ ਦੀ ਸਾਇੰਸ ਇਸ ਚੀਜ਼ ਤੇ ਬੜੀ ਰਿਸਰਚ ਕਰ ਰਹੀ ਹੈ, ਪਤਾ ਲੱਗਿਆ ਅੰਮ੍ਰਿਤ ਵੇਲੇ ਜਾਗਣ ਦੇ ਲਾਭ ਕੀ ਨੇ। ਸਤਿਗੁਰ ਜੀ ਅੰਮ੍ਰਿਤ ਵੇਲੇ ਜਾਗੇ, ਪਹਿਰੇਦਾਰ ਸਾਹਮਣੇ ਖੜੇ ਨੇ, ਪਰ ਇਹ ਅਚਰਜ ਚੋਜ ਹੈ, ਸਭ ਕੁਝ ਦੇਖਦੇ ਨੇ ਫਿਰ ਵੀ ਕੁਝ ਨਜ਼ਰ ਨਹੀਂ ਆਉਂਦਾ। ਉਠ ਭਰਿਆੰਕ ਪਰ ਤੇ ਤਤਕਾਲ, ਤਜ ਬੰਧਨ ਸਭ ਤਹਾਂ ਕਿਰਪਾਲ। ਜਿਹੜੀ ਕਾਲ ਕੋਠੜੀ ਪਿੰਜਰਾ ਟਾਈਪ ਹੈ, ਉਹਦੇ ਵਿੱਚ ਇੱਕ ਪਲੰਗਾ ਲੱਗਿਆ ਰਾਤ ਨੂੰ ਸੌਣ ਵਾਸਤੇ, ਜਿੱਥੇ ਚਾਦਰ ਨਹੀਂ ਕੋਈ। ਥੋੜੀ ਦੇਰ ਰਾਤ ਸਤਿਗੁਰ ਆਰਾਮ ਕਰ ਲੈਂਦੇ, ਮਾੜਾ ਮੋਟਾ ਆਰਾਮ, ਸੌਣ ਨਹੀਂ ਦਿੰਦੇ। ਅੰਮ੍ਰਿਤ ਵੇਲੇ ਸਤਿਗੁਰ ਜੀ ਉੱਠ ਕਰਕੇ ਇਸ ਕਾਰਾਗ੍ਰਹਿ ਜੇਲ੍ਹ ਚੋਂ ਨਿਕਲ ਆਉਂਦੇ ਨੇ। ਸਮਾਂ ਕਿੰਨਾ ਹੁੰਦਾ ਹੈ? 3 ਵਜੇ ਤੋਂ ਲੈ ਕੇ 4 ਵਜੇ, 3 ਤੋਂ 6 ਦੇ ਵਿੱਚ ਇਹ ਪਹਿਲਾ ਪਹਿਰ ਗਿਣਿਆ ਜਾਂਦਾ ਅੰਮ੍ਰਿਤ ਵੇਲੇ ਦਾ। ਸਤਿਗੁਰ ਉੱਠੇ, ਜਾਗੇ, ਬਸਤਰ ਲਏ ਨੇ ਨਾਲ, ਗੁਰੂ ਸਾਹਿਬ ਇਸ਼ਨਾਨ ਕਰਨ ਜਾਣਾ ਚਾਹੁੰਦੇ ਨੇ, ਕਿਉਂਕਿ ਜੇਲ੍ਹ ਦੇ ਵਿੱਚ ਇਸ਼ਨਾਨ ਦਾ ਪ੍ਰਬੰਧ ਕੋਈ ਨਹੀਂ, ਉਹ ਇਸਲਾਮ ਦੀ ਜੇਲ੍ਹ ਹੈ। ਉੱਥੇ ਲੋਕ ਮਜਬੂਰਨ ਇਸਲਾਮ ਦਾ ਖਾਣਾ ਖਾਂਦੇ ਨੇ, ਚਾਹੇ ਹਿੰਦੂ ਕਹਾਉਣ, ਸਿੱਖ ਕਹਾਉਣ, ਜਿਹਨੂੰ ਸਜ਼ਾ ਹੋ ਗਈ, ਸਭ ਕੈਦੀਆਂ ਲਈ ਇੱਕੋ ਖਾਣਾ ਹੈ, ਇੱਕੋ ਚਬੱਚਾ ਨਹਾਉਣ ਵਾਸਤੇ ਹੈ। ਪਰ ਮੇਰੇ ਸਤਿਗੁਰ ਜੀ ਮਲੇਸ਼ਾਂ ਤੋਂ ਦੂਰ ਰਹਿੰਦੇ ਨੇ, ਕਿਉਂਕਿ ਖਾਣਾ ਪੀਣਾ ਤੇ ਪਹਿਨਣਾ, ਇਹ 3 ਚੀਜ਼ਾਂ ਦਾ ਪ੍ਰਭਾਵ ਹਰ ਇਨਸਾਨ ਦੀ ਜ਼ਿੰਦਗੀ ਤੇ ਹੈ। ਡਾਕਟਰ ਕੋਲ ਜਾਂਦੇ ਆ, ਡਾਕਟਰ ਇੱਕੋ ਗੱਲ ਕਹਿੰਦਾ ਹੈ, ਸਿਹਤਮੰਦ ਹੋਣਾ ਤੇ ਪਹਿਲਾਂ ਖਾਣਾ ਸੁਧਾਰ ਲੈ। ਸ਼ਾਂਤੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਸੱਜਣਾ, ਆਪਣਾ ਪਹਿਰਾਵਾ ਸੁਧਾਰ ਲੈ। ਹੁਣ ਸਾਦਗੀ ਦੇ ਰੂਪ ਵਿੱਚ ਸਤਿਗੁਰ ਇਕੱਲੇ ਉੱਠਦੇ ਨੇ, ਇਕੱਲੇ। ਸਿੱਖ ਵੀ ਨਾਲ ਹੁੰਦੇ ਕਦੇ ਕਦੇ, ਪਰ ਅੱਜ ਮੇਰੇ ਸਤਿਗੁਰਾਂ ਦਾ ਅਲੱਗ ਤੋਂ ਹੀ ਚੋਜ ਹੈ, ਕਿਤੇ ਇਕੱਲੇ ਉੱਠੇ, ਕਿਸੇ ਨੂੰ ਨਾਲ ਨਾ ਲੈ। ਜੇਲ੍ਹ ਚੋਂ ਬਾਹਰ ਆ ਗਏ, ਤਾਰੋ ਖੁੱਲ ਕਪਾਟ ਛੁੱਟ ਜਾਹੇ, ਤਬ ਕਾਰਾਗ੍ਰਹਿ ਤੇ ਨਿਕਸਾਹੇ। ਹੱਥਾਂ ਨੂੰ ਲੱਗੀਆਂ ਹੱਥ ਕੜੀਆਂ ਤੇ ਪੈਰਾਂ ਨੂੰ ਲੱਗੀਆਂ ਬੇੜੀਆਂ ਕੜਕ ਕਰਕੇ ਖੁੱਲ ਜਾਂਦੀਆਂ। ਸਤਿਗੁਰ ਜੀ ਜਿੱਧਰ ਨੂੰ ਜਾਂਦੇ ਦਰਵਾਜ਼ੇ ਆਟੋਮੈਟਿਕ ਹੀ ਖੁੱਲੀ ਜਾਂਦੇ ਨੇ। ਜੇਲ੍ਹ ਤੋਂ ਬਾਹਰ ਆ ਕੇ ਮੇਰੇ ਸਤਿਗੁਰ ਤੁਰ ਕੇ ਜਾਂਦੇ ਪੈਦਲ, ਨੰਗੇ ਚਰਨ। ਕਿਸ ਪਾਸੇ? ਜਿੱਥੇ ਹੈ ਜਮਨਾ ਨਦੀ। ਅੱਜ ਕੱਲ ਤੇ ਨਦੀਆਂ ਗੰਦਗੀ ਨਾਲ ਭਰੀਆਂ ਨੇ। ਪੁਰਾਤਨ ਸਮੇਂ ਵਿੱਚ ਇਹ ਨਹਾਉਣ ਵਾਸਤੇ, ਖਾਣ ਪੀਣ ਵਾਸਤੇ, ਬੜੇ ਕਾਰਜਾਂ 'ਚ ਇਹਨਾਂ ਦਾ ਪਾਣੀ ਯੂਜ਼ ਹੁੰਦਾ ਸੀ। ਲੋਕ ਸਵਾਰਥੀ ਨਹੀਂ ਸੀ ਉਦੋਂ। ਹੁਣ ਸਤਿਗੁਰ ਦੀ ਅੰਮ੍ਰਿਤ ਵੇਲੇ ਚੱਲੇ, ਜਾ ਕੇ ਜਮਨਾ ਦੇ ਕਿਨਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਜਾ ਰਹੇ ਨੇ, ਇਸ਼ਨਾਨ ਕਰਨਾ। ਸਮਾਂ ਤੇ ਕੋਈ ਵੀ ਹੋਵੇ, ਸਿੱਖ ਦਾ ਵੇਲਾ ਨਹੀਂ ਖੁੰਝਦਾ। ਹੁਣ ਸਤਿਗੁਰ ਜਦੋਂ ਨਿਕਲਦੇ ਨੇ, ਕੋਈ ਵੇਖਦਾ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਦਾ। ਫਿਰਿਓ ਰਹਿ ਤਹਿ ਪਿਕਹਿ ਸਿਪਾਹੀ, ਜਿਸ ਕੀ ਦ੍ਰਿਸ਼ਟ ਪਰਹਿ ਕੁਛ ਨਾਹੀ। ਹੁਣ ਜਿਹੜੇ ਸਿਪਾਹੀ ਉੱਥੇ ਨੇ, ਪਹਿਰੇਦਾਰ ਜਾਗਰਤ ਖੜੇ ਨੇ ਅੱਖਾਂ ਖੋਲ ਕੇ। 8-8 ਪਹਿਰੇਦਾਰ ਇੱਕ ਲਾਈਨ 'ਚ ਸਤਿਗੁਰਾਂ ਦੀ ਕੋਠੜੀ ਸਾਹਮਣੇ ਮਸਾਲਾ ਜਗਾ ਕੇ ਉਹ ਵੇਖਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੌਂਕੜਾ ਲਾ ਕੇ ਬੈਠੇ, ਨੇਤਰ ਬੰਦ ਨੇ, ਚਿੱਟੇ ਵਸਤਰਾਂ ਵਿੱਚ ਨਜ਼ਰ ਆ ਰਹੇ। ਸਭ ਨੂੰ ਇਹੀ ਲੱਗਦਾ ਵੀ ਗੁਰੂ ਸਾਹਿਬ ਕਦੇ ਕੈਦ ਚੋਂ ਬਾਹਰ ਨਹੀਂ ਜਾਂਦੇ। ਮੇਰੇ ਸਤਿਗੁਰਾਂ ਨੂੰ ਕੋਈ ਕੈਦ ਕਰਨ ਵਾਲਾ ਜੰਮਿਆ ਹੀ ਨਹੀਂ। ਸਾਰੇ ਸਤਿਗੁਰਾਂ ਦਾ ਜੀਵਨ ਪੜ੍ਹ ਕੇ ਵੇਖ ਲਓ, ਇਹ ਚੋਜ ਸੀ ਸਤਿਗੁਰਾਂ ਦੇ। ਕਦੇ ਗੁਰੂ ਨਾਨਕ ਪਾਤਸ਼ਾਹ ਬਾਬਰ ਦੀ ਕੈਦ ਵਿੱਚ ਜਾਂਦੇ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਦੀ ਕੈਦ ਵਿੱਚ ਆ ਜਾਂਦੇ ਨੇ, ਬੜੀ ਵਾਰ ਹੋਇਆ ਨਾ। ਪਰ ਅੱਜ ਮੇਰੇ ਸਤਿਗੁਰ ਜੀ ਜੇਲ੍ਹ ਚੋਂ ਆ ਕੇ ਜਦੋਂ ਜਮਨਾ ਦੇ ਕੰਢੇ ਤੇ ਬੈਠੇ ਨੇ, ਅਜੇ ਇਸ਼ਨਾਨ ਨਹੀਂ ਕੀਤਾ, ਚਰਨ ਪਾਣੀ ਵਿੱਚ ਡੁਬੋ ਲਏ, ਨੇਤਰਾਂ ਤੇ ਜਲ ਮਾਰ ਰਹੇ ਨੇ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਮੰਦ ਮੰਦ ਜਮਨਾ ਦਿਸ ਜਾਤੇ, ਤਟ ਪਰ ਖੜੇ ਹੋਏ ਪੁਨ ਨਾਤੇ। ਕਹਿੰਦੇ ਥੋੜੀ ਦੇਰ ਬਾਅਦ ਸਤਿਗੁਰਾਂ ਨੇ ਉਸ ਕਿਨਾਰੇ ਤੇ ਕੀਤਾ ਇਸ਼ਨਾਨ, ਪਰ ਅੱਜ ਸਪੀਡ ਬੜੀ ਸਲੋ ਹੈ। ਪਹਿਲਾਂ ਵਾਂਗ ਨਹੀਂ ਵੀ ਫਟਾਫਟ ਫੁਰਤੀ ਨਾਲ ਇਸ਼ਨਾਨ ਕੀਤਾ ਤੇ ਚਲੋ ਚੱਲੀਏ। ਅੱਜ ਸਤਿਗੁਰ ਲੱਗਦਾ ਕੋਈ ਖੇਡ ਵਰਤਾਉਣਗੇ। ਕਹਿੰਦੇ ਬੜੇ ਆਨੰਦ ਵਿੱਚ ਇਸ਼ਨਾਨ ਕੀਤਾ ਤੇ ਕਿਨਾਰੇ ਖੜ ਗਏ, ਬਸਤਰ ਬਦਲੇ ਨੇ ਪਰ ਵਾਪਸ ਨਾ ਆਏ। ਹੁਣ 3:30 ਪੌਣੇ 4 ਦਾ ਸਮਾਂ ਹੋ ਗਿਆ। ਇਸ ਵੇਲੇ ਸਾਰੇ ਧਰਮਾਂ ਦੇ ਲੋਕ ਜਾਗਣ ਲੱਗ ਪੈਂਦੇ ਨੇ। ਧਰਮ ਜਿੰਨੇ ਵੀ ਨੇ ਨਾ ਦੁਨੀਆ ਤੇ, ਸਾਰੇ ਧਰਮਾਂ ਦੀ ਇੱਕੋ ਫਿਲਾਸਫੀ। ਸਭ ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗ, ਸਵਖਤੇ ਉੱਠ। ਭਾਵੇਂ ਇਸਲਾਮ ਦੀ ਗੱਲ ਕਰ ਲਓ, ਹਿੰਦੂ ਮਤ ਦੀ ਗੱਲ ਕਰ ਲਓ, ਸਿੱਖੀ ਦੀ ਗੱਲ ਕਰ ਲਓ, ਸਿੱਖੀਜ਼ਮ ਹੈ ਭਾਵੇਂ ਕੋਈ ਵੀ ਹੈ, ਅੰਮ੍ਰਿਤ ਵੇਲੇ ਨੂੰ ਸਾਰੇ ਤਰਜੀਹ ਦਿੰਦੇ ਨੇ। ਹੁਣ ਉਧਰੋਂ ਜਾਮਾ ਮਸਜਿਦ ਦਾ ਮੌਲਵੀ, ਉਹਨੇ ਵੀ ਕੱਪੜੇ ਮੋਢੇ ਤੇ ਰੱਖ ਲਏ ਵੀ ਚਲੋ ਆਪਾਂ ਵੀ ਜਮਨਾ ਤੇ ਨਹਾਉਣ ਚੱਲਦੇ ਹਾਂ। ਹੁਣ ਨਹਾਉਣਾ ਸਭ ਨੇ ਇੱਕੋ ਥਾਂ ਤੇ ਹੈ,
क्योंकि जमुना दिल्ली के बिल्कुल किनारे तो जाती सी, अज ते डैम बना बना के पानी आसे पासे खिंडाया ते नदियां खाली ने। उन्हां समयां विच ये पानी बादशाह के किले विच भी जांदा सी अंडरग्राउंड। ते औरंगजेब बादशाह ओदी जिन्नी भी सल्तनत सुती पई है। मुल्ला भी चले आ, क्योंकि मुल्ला ने नहा करके मस्जिद विच बांग देनी है, उन्हें भी खुदा नू याद करना है। मंद मंद निसम है चल आवे, तिसे रीत बंधन पर जावे। फिर सतगुर करदे की ने, ये ते कवि जी एक दिन का जिक्र करते ने ना। हर रोज सतगुर जमुना ते जांदे ने, इशनान करके वापस जेल विच आ जांदे। जदों बैठदे ने फिर उदां ही हत्थ कड़ियां लग जांदियां, दरवाजे लॉक हो जाते ने सारे। पर अज तक इस गल दी किसी नू सू नहीं सी। फिर प्रयंक पर तैसे होए, जथा प्रथम ही कीने सोए। क्योंकि बादशाह औरंगजेब ने ओदे काजियां ने सतगुरां ते सख्ताई बहुत ज्यादा कीती होई भी किते सिखां दा गुरु निकल ना जावे। एक करामाती है। कल दा बहुत वहम पै गया जदों सतगुरां ने मरे हुए सूर दे विचों जीवत जानवर बना दिते, जीव बना दिते। वो कहंदा गुरु ते करामाती है। मत ते पर्दा पै गया, किहड़े कर्म कमाउण लगे है। जबरी किसी नूं धर्मी नहीं बनाया जा सकदा ते किसी दा धर्म जुल्म दे नाल चेंज नहीं कीता जा सकदा। ते औरंगजेब सारी दुनिया तो ध्यान हटा के ओदा फोकस सिर्फ सतगुरां ते है। वो गुरु साहब नूं टारगेट करी बैठा। जिन्नी देर तक ये मनदे नहीं गल मेरी है ते एक जिद है ना, हौमे है भी मैं सृष्टि दा राजा, दुनिया मेरा पानी भरदी है, मेरी सल्तनत विच गुरु तेग बहादुर साहब मेरी क्यों नहीं मनदे। रौला इस गल दा सी। लोकी कई बार अपनियां गल्लां नूं धर्म बना के बह जांदे ने। धर्म ते बड़ी उच्ची खेड है। जो सानू चंगा लगदा है वो धर्म नहीं हुंदा। जो सब नूं चंगा लगदा होवे धर्म उस नूं गिणिया जांदा है। हाँ सानू ते चंगा लगदा है मेरा भला हो जे, मैं किसी दा होण देवां ना देवां, ये धर्म थोड़ा है। धर्म ते कहंदा सरबत दा समग्र दा भला मंग सृष्टि दा। ते गुरु तेग बहादुर पातशाह जी कहंदे हर रोज दी तरह अज किनारे ते खड़े ने। हुण चंद चानणी रात सी, पूर्णवाशी कह लो। चंद्रमा की रोशनी विचों दूरों आया व्यक्ति भी बड़ी छेती नजर आउंदा है। जब के कैद बिखै गुर आए, इस बिद मज्जन कर मन भाए। इस दिन तो सतगुर जी कैद विच आए होए सी। डेली रूटीन विच आके सतगुर इशनान करदे ने चले जांदे ने, इशनान करदे ने चले जांदे ने। नहाउण ते इशनान विच बड़ा फर्क हुंदा है। 6 वजे तो 5:30 तो पहला पहला इशनान हुंदा, उस तो बाद ते पशुआं वाला नहाउणा ही हुंदा। आखो सतनाम, मैली लाईदी है। इशनान ते अमृत वेले चुप्पियां लग के करन। हुण सतगुर जी इशनान करके अज नहीं गए गुरु साहब किनारे विच, कदे सज्जे कदे खब्बे टहल रहे। उधर मुल्ला अल्लाहू अकबर अल्लाहू अकबर करदा मोढे ते परना रख के तुरिया जांदा है। सवेरे सवेरे सोचता है, कहता अज नमाज पढ़ के फिर औरंगजेब बादशाह नूं मिलना है। वेखो चलिया ना होने बिरती केड़ी दुनियावी। एक अमृत वेला ऐसा है, उठण वेले बंदे नूं रब याद आउंदा ऑटोमैटिक। उठण वेले जमाना सुता पिया हुंदा है, पशु पंछी सुते ने, बस उदों एक हिरदा ही जागदा है, मनुख जागदा है। ते बाकी ते जमाना माया दी नींद विच सुता ना। ते अज गुरु तेग बहादुर पातशाह जी अद्धा पौना घंटा टहलदे रहे। मर्द ने वेखिया भी मुल्ला तुरिया आउंदा। गुरु साहब ने खंगूरा जिहा मारदा, मुल्ला दी नजर पई। इस नदी दे किनारे कौन व्यक्ति है जो रात वेले तुरिया फिरदा है। एक दिवस श्री गुरु बयाने, पावन जमुना हेत शनाने। अज सतगुर जी इशनान करके वस्त्र धोण तो बाद मर्द मुल्ला दी तरफ तुरिया है। ते मुल्ला एक बार ते डर गया भी रात दा वेला है, चिट्टे वस्त्र पाए कौन है इत्थे। क्योंकि धर्मी लोकां ते लोक लगदे भी बहुत ने। आखो सतनाम, कोई गुरुद्वारे दा ग्रंथी होवे, मस्जिद विच बैठण वाला मौलवी होवे, मंदिर वाला पंडित होवे, ਉਹਨੂੰ ਲੋਕਾਂ ਤੋਂ ਹੀ ਖਤਰਾ ਹੁੰਦਾ। ਕਿਉਂ? ਜਿਹੜਾ ਧਰਮ ਕਮਾਉਂਦਾ ਬੇਈਮਾਨੀ ਕਰੇ ਉਹ ਤੇ ਦਰਵਾਜ਼ੇ ਤੋਂ ਨਿਕਲਦਾ ਵੀ ਡਰੀ ਜਾਂਦਾ, ਕੋਈ ਗਾਟਾ ਹੀ ਨਾ ਲਾ ਦੇ, ਮਾਰ ਹੀ ਨਾ ਦੇ। ਕਹਿੰਦੇ ਮੌਲਵੀ ਇੱਕਦਮ ਰੁੱਖ ਪਿੱਛੇ ਹੋਇਆ ਵੀ ਹੈ ਕੌਣ ਹੈ। ਉਹ ਨੇੜੇ ਹੋ ਕੇ ਪਛਾਣਦਾ ਹੌਲੀ ਹੌਲੀ, ਕਹਿੰਦਾ ਕੋਈ ਧਰਮੀ ਬੰਦਾ ਹੀ ਹੋ ਸਕਦਾ ਹੈ।
जो इन्ने इस वक्त अमृत वेले जाके इशनान करे, क्योंकि माड़ी बिरती ते प्रवृत्ति वाला बंदा इन्नी इस वक्त जाके इशनान नहीं करता। उन्हें मन समझाया, समझ गया मन, हौसला जा कीता, करीब आउण लग्या ए। तीरग महजिद बिखै मुलाना, सो उठ कर तित कीन पियाना। ਹੁਣ ਇਹ ਮੁਲਾਨਾ ਸੀ ਜਾਮਾ ਮਸਜਿਦ ਦਾ, ਅੱਜ ਵੀ ਦਿੱਲੀ ਵਿੱਚ ਸਭ ਤੋਂ ਵੱਡੀ, ਜਿੱਥੇ ਜੁਮਾ ਦੀ ਨਮਾਜ਼ ਪੜ੍ਹੀ ਜਾਂਦੀ ਹੈ। ਇਹ ਮਸਜਿਦ ਬਣਵਾਈ ਸੀ, ਪੱਕੀ ਕਰਵਾਈ ਸੀ ਔਰੰਗਜ਼ੇਬ ਬਾਦਸ਼ਾਹ ਨੇ, ਬਣੀ ਤੇ ਪਹਿਲਾਂ ਦੀ ਹੋਈ। ਅਕਬਰ ਵੇਲੇ ਤੋਂ ਮਸਜਿਦਾਂ ਬਣੀਆਂ ਸੀ ਸਾਰੀਆਂ, ਪਰ ਪੱਕੀ ਕਰਾਈ ਔਰੰਗਜ਼ੇਬ ਬਾਦਸ਼ਾਹ ਨੇ। ਸਵੇਰੇ ਉੱਠ ਕੇ ਔਰੰਗਜ਼ੇਬ ਮੱਥਾ ਟੇਕਦਾ ਸੀ ਖੁਦਾ ਨੂੰ ਜਾ ਕੇ, ਆਪਣੇ ਵੱਲੋਂ ਤੇ ਧਰਮੀ ਹੈ, ਪਰ ਇਹੋ ਜਿਹੇ ਧਰਮ ਦਾ ਵੀ ਕੀ ਕਰਨਾ ਹੈ ਬੰਦਾ। ਕਈ ਮੈਂ ਸੱਚਾ ਧਰਮੀ ਤੇ ਤੇਰੇ ਕਰਕੇ ਸਾਰਾ ਗਵਾਂਢ ਦੁਖੀ ਹੋਇਆ ਪਿਆ, ਤੂੰ ਇਹੋ ਜਿਹੀਆਂ ਗੱਲਾਂ ਕਰਦਾ। ਹੁਣ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ ਸੀ ਮੁੱਲਾ, ਪਰ ਇਹਦੇ ਵਿਚਾਰ ਸਾਰੀ ਬਦਲ ਗਏ। ਗੁਰੂ ਸਾਹਿਬ ਨੂੰ ਵੇਖ ਕੇ ਥੋੜਾ ਜਿਹਾ ਕਰੀਬ ਹੋਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੇਖਿਆ, ਮੁੱਲਾ ਸੋਚੀ ਪੈ ਗਿਆ, ਕਿਤੇ ਵੇਖਿਆ ਲੱਗਦਾ ਹੈ। ਇੱਕਦਮ ਗੱਲ ਸਮਝ ਨਹੀਂ ਨਾ ਆਉਂਦੀ ਹੈ ਕੌਣ ਨੇ, ਕਿਉਂਕਿ ਹੁਣ ਸਤਿਗੁਰਾਂ ਦਾ ਚਿਹਰਾ ਕਮਜ਼ੋਰ ਹੋ ਚੁੱਕਿਆ ਹੈ। ਬੜੇ ਦਿਨ ਹੋ ਗਏ ਨੇ ਭੁੱਖ ਪਿਆਸ ਚੜ੍ਹਦਿਆਂ। ਮੁੱਲਾ ਸੋਚਦਾ ਹੈ ਕੌਣ ਨੇ, ਦਿਮਾਗ ਨਹੀਂ ਨਾ ਜਾ ਸਕਦਾ। ਗੁਰੂ ਸਾਹਿਬ ਨਾਲ 5 ਸਿੱਖ ਨੇ, ਸਤਿਗੁਰ ਦੇ ਕੈਦ ਵਿੱਚ ਨੇ, ਉਹ ਚਾਹ ਕੇ ਵੀ ਸੋਚ ਨਹੀਂ ਸਕਦਾ ਵੀ ਸਿੱਖਾਂ ਦੇ ਗੁਰੂ ਨੇ। ਉਹ ਫੇਰ ਨਜ਼ਰ ਮਾਰ ਕੇ ਵੇਖਦਾ ਵੀ ਇਹ ਹੈ ਕੌਣ ਹੈ। ਨਜ਼ਰ ਵਿੱਚ ਆਉਂਦਾ ਵੀ ਹੈ ਕੋਈ ਜਾਣ ਪਛਾਣ ਦਾ, ਪਰ ਸਮਝ ਆਉਂਦੀ ਕੋਈ ਨਹੀਂ। ਜਹਾਂ ਇਸ਼ਨਾਨ ਕਰਤ ਗੁਣ ਖਾਨੀ, ਪਠਤ ਬਦਨ ਜਪ ਆਦਿਕ ਬਾਨੀ। ਕਿ ਸਤਿਗੁਰ ਜੀ ਕੋਲੋਂ ਲੰਘ ਗਏ, ਮੁੱਲਾ ਸੋਚੀ ਪਿਆ, ਆ ਕੇ ਨਮਾਜ਼ ਪੜ੍ਹਦਾ, ਰੱਬ ਕੋਲ ਜੀ ਨਹੀਂ ਲੱਗਦਾ। ਖਿਆਲ ਚ ਤੇ ਗੁਰੂ ਸਾਹਿਬ ਘੁੰਮੀ ਜਾਂਦੇ, ਕਹਿੰਦਾ ਪਤਾ ਨਹੀਂ ਕੌਣ ਵਿਅਕਤੀ ਸੀ ਜਿਹੜਾ ਮੇਰੇ ਕੋਲ ਦੀ ਲੰਘਿਆ, ਸਮਝ ਨਹੀਂ ਆਉਂਦਾ ਕੌਣ ਹੈ। ਸੋਚਦਾ ਚਲੋ ਸਵੇਰੇ ਉਸ ਵਕਤ ਹੀ ਉੱਠ ਕੇ ਜਾਵਾਂਗੇ, ਵੇਖਾਂਗੇ ਕੀ ਪਤਾ ਅੱਜ ਵੀ ਆ ਦੇ। ਹੋਇਆ ਏਦਾਂ ਹੀ, ਦੂਜਾ ਦਿਨ ਹੋਇਆ, ਪੂਰੇ 3 ਵਜੇ ਮੁੱਲਾ ਵੀ ਜਾਗ ਪਿਆ। ਵੇਖੋ ਚੰਗੇ ਇਨਸਾਨ ਜਿਹੜੇ ਨੇ ਨਾ, ਉਹਨਾਂ ਨਾਲ ਜੇ ਕੋਈ ਦੁਸ਼ਮਣੀ ਵੀ ਪਾਉਂਦਾ ਤੇ ਉਹ ਦੁਸ਼ਮਣੀ ਵੀ ਚੰਗੀ ਹੈ, ਕਿਉਂਕਿ ਚੰਗੇ ਸੱਜਣਾ ਦੀ ਦੁਸ਼ਮਣੀ ਵੀ ਚੰਗੇ ਪਾਸੇ ਲਾ ਦਿੰਦੀ। ਆਖੋ ਸਤਨਾਮ, ਚੰਗਿਆਂ ਦੀ ਗੱਲ ਚੰਗੀ ਹੈ। ਮੁੱਲਾ ਉਸ ਵਕਤ ਉੱਠ ਗਿਆ, ਫੇਰ ਉਸੇ ਤਰੀਕੇ ਨਾਲ ਤੁਰਿਆ ਜਾਂਦਾ ਹੈ। ਹੁਣ ਪੂਰਨਮਾਸ਼ੀ ਤੋਂ ਅਗਲਾ ਦਿਨ ਸੀ, ਚਾਨਣਾ ਪੈਂਦਾ, ਜਮਨਾ ਨਦੀ ਚਮਕ ਰਹੀ ਹੈ, ਨੀਲਾ ਨੀਲਾ ਪਾਣੀ ਦਿਸਦਾ ਹੈ। ਇਹ ਖੁਦਾ ਖੁਦਾ ਕਰਦਾ ਜਾਂਦਾ, ਉਧਰ ਸਤਿਗੁਰਾਂ ਚੁੱਭੀ ਲਾਈ, ਇਸ਼ਨਾਨ ਕੀਤਾ। ਗੁਰੂ ਸਾਹਿਬ ਉੱਚੀ ਉੱਚੀ ਕਰਦੇ ਨੇ ਵਾਹਿਗੁਰੂ ਵਾਹਿਗੁਰੂ, ਸਤਿਗੁਰ ਜਪ ਰਹੇ ਨੇ। ਹੁਣ ਜਦੋਂ ਵਾਹਿਗੁਰੂ ਸ਼ਬਦ ਕਹਿ ਦਿੱਤਾ, ਫਿਰ ਤੇ ਭੁਲੇਖਾ ਨਹੀਂ ਨਾ ਰਹਿੰਦਾ। ਹੁਣ ਮੁੱਲਾ ਨੇ ਦੂਰੋਂ ਰਫ਼ਤਾਰ ਹੌਲੀ ਕੀਤੀ ਹੈ ਤੇ ਆਵਾਜ਼ ਉੱਚੀ ਕੀਤੀ ਹੋਈ ਹੈ। ਉਹ ਅੱਜ ਨਹਾਉਣ ਨਹੀਂ ਆਇਆ, ਇਸ਼ਨਾਨ ਕਰਨ ਨਹੀਂ ਆਇਆ, ਆਪਣਾ ਵਹਿਮ ਪਗਾਉਣ ਆਇਆ ਏ। ਨਿਕਟ ਹੋਏ ਤਿੰਨ ਗੁਰੂ ਪਛਾਨੇ, ਬਿਸਮਿਓ ਕਿਮ ਪਗ ਬੰਧਨ ਹਾਨੇ। ਜਿਸ ਵੇਲੇ ਸਤਿਗੁਰ ਜੀ ਕੋਲੋਂ ਗੁਜ਼ਰੇ ਤੇ ਮੁੱਲਾ ਵੀ ਲੰਘਿਆ, ਮੁੱਲਾ ਕਹਿੰਦੇ ਮੌਲਵੀ ਨੂੰ ਜਿਹੜਾ ਨਮਾਜ਼ ਪੜ੍ਹਦਾ ਹੋਵੇ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲੋਂ ਲੰਘੇ, ਮੁੱਲਾ ਮੁੜ ਕੇ ਪਿੱਠ ਮੋੜ ਕੇ ਵੇਖਦਾ ਤੇ ਸਤਿਗੁਰਾਂ ਵੀ ਵੇਖਿਆ ਮੁੜ ਕੇ। ਖੇਡ ਵੇਖੋ ਗੁਰਾਂ ਦੀ, ਜੇ ਹੋਵੇ ਕੈਦੀ ਜੇ ਹੋਵੇ ਚੋਰ, ਡਰਦਾ ਕਿਸੇ ਤੋਂ ਹੋਵੇ ਉਹ ਵੇਖਦਾ ਹੈ। ਗੁਰਾਂ ਨੇ ਅੱਖ ਵਿੱਚ ਅੱਖ ਪਾ ਕੇ ਵੇਖਿਆ, ਰੌਲਾ ਪਾਤਾ ਓਏ ਤੇ ਗੁਰੂ ਜੀ ਨੇ। ਆਖੋ ਸਤਨਾਮ, ਇਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਕਿੱਥੇ ਆ ਗਏ। ਮਰਦ ਨੇ ਵਾਹਿਗੁਰੂ ਆਖਿਆ, ਤੁਰ ਪਏ। ਚੋਦ ਹੈ ਨਾ ਸਤਿਗੁਰਾਂ ਦਾ, ਵਿਖਾਇਆ ਹੈ। ਸਿੱਖ ਕਦੇ ਕੋਈ ਕਰਮ ਕਰੇ ਚੋਰੀ ਨਹੀਂ ਕਰਦਾ, ਸਪਸ਼ਟ ਕਰਦਾ, ਕਿਉਂਕਿ ਸੱਚ ਛੁਪਾਇਆ ਛੁਪਦਾ ਨਹੀਂ, ਝੂਠ ਲੁਕਾਇਆ ਲੁਕਦਾ ਨਹੀਂ। ਆਖੋ ਸਤਨਾਮ। ਮੁੱਲਾ ਨੇ ਤੇ ਅੱਜ ਨਹਾਉਣਾ ਵੀ ਕੀ ਸੀ, ਪਾਣੀ ਕੋਲ ਜਾ ਕੇ ਪਿੱਛੇ ਮੁੜ ਆਇਆ, ਵੇਖਾਂ ਤੇ ਸਹੀ ਕਿੱਥੇ ਨੂੰ ਜਾਂਦੇ ਨੇ। ਬੰਦੇ ਨੂੰ ਕਿਸੇ ਤੇ ਸ਼ੱਕ ਹੋ ਜੇ ਨਾ, ਸ਼ੱਕ ਏਦਾਂ ਦੀ ਬਿਮਾਰੀ ਹੈ, ਬਸ ਇਹ ਘੁਣ ਵਾਂਗ ਲੱਗ ਜਾਂਦੀ, ਵੱਡੇ ਵੱਡੇ ਰਿਸ਼ਤੇ ਨਾਤੇ ਖਾ ਜਾਂਦੀ, ਪਰ ਸ਼ੱਕ ਕਲੀਅਰ ਨਹੀਂ ਕਦੇ ਹੁੰਦਾ। ਹੋ ਜੇ ਤੇ ਰਿਸ਼ਤਾ ਖਤਮ ਹੈ। ਹੁਣ ਸਤਿਗੁਰਾਂ ਦੇ ਪਿੱਛੇ ਤੁਰਨ ਲੱਗਿਆ ਮੁੱਲਾ, ਪੈਰ ਦੱਬ ਕੇ। ਗੁਰੂ ਸਾਹਿਬ ਤੇ ਜਾਣਦੇ ਨੇ ਵੀ ਆ ਮੁੱਲਾ ਵੀ ਤੁਰਿਆ ਆਉਂਦਾ ਪਿੱਛੇ, ਭੁੱਲ ਗਿਆ ਖੁਦਾ ਇਹਨੂੰ, ਯਾਦ ਨਹੀਂ ਨਾ। ਬਸ ਇਹੀ ਕਾਰਨ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਮਾੜਾ ਕੰਮ ਅੱਧੀ ਰਾਤ ਕਰਨਾ ਹੋਵੇ ਨਾ, ਅੱਧੀ ਰਾਤ ਬੰਦਾ ਗੋਲੀ ਵਾਂਗ ਭੱਜਿਆ ਜਾਂਦਾ, ਕੋਈ ਕੰਮ ਨਹੀਂ, ਬਿਜ਼ੀ ਨਹੀਂ, ਫ੍ਰੀ ਹੈ ਬਿਲਕੁਲ। ਜੇ ਚੰਗਾ ਕੰਮ ਕਰਨਾ ਹੋਵੇ ਅੰਮ੍ਰਿਤ ਵੇਲੇ ਜਾਗ ਹੀ ਨਹੀਂ ਖੁੱਲਦੀ, ਪਤਾ ਹੀ ਨਹੀਂ ਲੱਗਦਾ ਸਮਾਂ ਕਦੋਂ ਹੈ, ਕਿੱਥੇ ਹੈ, ਕਿਵੇਂ ਹੈ, ਕੁਝ ਵੀ ਚੇਤੇ ਨਹੀਂ ਆਉਂਦਾ। ਮੁੱਲਾ ਦਬੇ ਪੈਰ ਪਿੱਛੇ ਤੁਰਿਆ ਆਉਂਦਾ ਵੀ ਮੇਰੇ ਬਾਰੇ ਸਤਿਗੁਰਾਂ ਨੂੰ ਪਤਾ ਨਾ ਲੱਗੇ।
ਉਹ ਤੇ ਮਾਲਕ ਸ੍ਰਿਸ਼ਟੀ ਦੇ ਨੇ, ਇਹਨਾਂ ਨੂੰ ਡਰ ਕਿਸੇ ਦਾ ਨਹੀਂ। ਆਸਨ ਹੈ ਹੋਏ ਚਲੇ ਇਹ ਜਾਵੇ, ਬਹੁਰ ਸ਼ਾਹੂ ਕੇ ਹੱਥ ਨਾ ਆਵੇ। ਭੁੱਲ ਗਿਆ ਖੁਦਾ, ਭੁੱਲ ਗਿਆ ਅੱਲਾ, ਮਨ ਚ ਪਾਪ ਜਾਗਿਆ, ਕਿਤੇ ਐਸਾ ਨਾ ਹੋਵੇ ਗੁਰੂ ਸਾਹਿਬ ਨਹਾ ਧੋ ਕੇ ਦਿੱਲੀ ਚੋਂ ਭੱਜ ਜਾਣਾ, ਮੈਂ ਪਿੱਛੇ ਪਿੱਛੇ ਚੱਲਾਂ। ਕਦੇ ਕਦੇ ਮਨ ਕਹਿੰਦਾ ਚੱਲ ਤੂੰ ਨਮਾਜ਼ ਪੜ੍ਹ, ਕਹਿੰਦਾ ਛੱਡ ਪਰਾਂ, ਅੰਦਰੀ ਸਵਾਲ ਜਵਾਬ ਹੁੰਦੇ ਨੇ। ਨਮਾਜ਼ ਤੇ ਆਪਾਂ ਰੋਜ਼ ਪੜ੍ਹ ਲੈਣੀ, ਜੇ ਗੁਰੂ ਸਾਹਿਬ ਚਲੇ ਗਏ ਇੱਥੋਂ ਭੱਜ ਗਏ ਤੇ ਬਾਦਸ਼ਾਹ ਦਾ ਨੁਕਸਾਨ ਹੋਏਗਾ, ਨੁਕਸਾਨ ਔਰੰਗਜ਼ੇਬ ਕਲਪੇਗਾ। ਕਿਉਂਕਿ ਇਹ ਗੱਲ ਸਾਡੇ ਧਰਮ ਦੀ ਹੈ, ਮੁਸਲਮਾਨਾਂ ਦੀ ਹੈ। ਅਸੀਂ ਤੇ ਸਿੱਖਾਂ ਦੇ ਗੁਰੂ ਨੂੰ ਮੁਸਲਮਾਨ ਬਣਾਉਣਾ ਤੇ ਗੁਰੂ ਦੇ ਬਾਹਰ ਤੁਰੇ ਫਿਰਦੇ ਨੇ। ਇਹ ਹੋਇਆ ਕੀ? ਕਹਿੰਦਾ ਅੱਜ ਦੇ ਇੱਕ ਵਾਰ ਮੈਨੂੰ ਪਤਾ ਲੱਗਿਆ ਨਾ ਵੀ ਗੁਰੂ ਸਾਹਿਬ ਦਿੱਲੀ ਤੋਂ ਬਾਹਰ ਜਾ ਰਹੇ ਨੇ, ਕਿਤੇ ਭੱਜ ਕੇ ਕਿਲੇ ਵਿੱਚ ਜਾ ਕੇ ਬਾਦਸ਼ਾਹ ਨੂੰ ਤੇ ਦੱਸ ਦਿਆਂਗਾ, ਕੋਈ ਤੇ ਭਲਾ ਹੋਏਗਾ। ਗੁਰ ਹਿੰਦੁਨ ਕੋ ਸ਼ਰਾ ਮਨਾਵੇ, ਜਿਸ ਤੇ ਦੀਨ ਤੁਰਕ ਬਿਰਧਾਵੇ। ਕਿ ਕਾਜੀ ਦਾ ਮਿੱਤਰ ਸੀ ਇਹ ਮੁੱਲਾ। ਇੱਕ ਮੁੱਲਾ ਉਹ ਰਾਮ ਰਾਏ ਜੀ ਨੇ ਜਿਹਦੇ ਕੋਲ ਲੱਤ ਭੇਜੀ ਸੀ ਬੱਕਰੇ ਦੀ। ਇਹ ਸਾਰੇ ਇਕੱਠੇ ਹੀ ਨੇ, ਅਫਸਰਾਂ ਦੀ ਕੈਟਾਗਰੀ ਇਕੱਠਿਆਂ ਹੀ ਹੁੰਦੀ, ਇਕੱਠੇ ਉੱਠਦੇ ਬਹਿੰਦੇ ਨੇ। ਮੁੱਲਾ ਸੋਚਦਾ ਹੈ ਵੀ ਜੇ ਔਰੰਗਜ਼ੇਬ ਬਾਦਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਧਰਮ ਚ ਲੈ ਆਇਆ ਨਾ, ਤੇ ਫੇਰ ਆਪਣੇ ਧਰਮ ਦੀ ਦਖਣਾ ਤੇ ਇਹਨਾਂ ਨੂੰ ਮੈਂ ਹੀ ਦੇਣੀ। ਆਖੋ ਸਤਨਾਮ, ਮੱਥਾ ਤੇ ਮੈਨੂੰ ਹੀ ਟੇਕਣਗੇ, ਮੰਤਰ ਵੀ ਤੇ ਮੈਂ ਹੀ ਦੇਣਾ ਕੁਰਾਨ ਦਾ। ਤੇ ਫਿਰ ਜੇ ਮੈਂ ਇਹਨਾਂ ਦਾ ਗੁਰੂ ਬਣ ਗਿਆ, ਮੈਨੂੰ ਤੇ ਲਾਭ ਆਣਾ। ਹਰ ਬੰਦਾ ਆਪਣਾ ਹੀ ਸੋਚਦਾ ਹੁੰਦਾ ਦੁਨੀਆ 'ਚ, ਕੌਣ ਕਿਸੇ ਦਾ ਸੋਚਦਾ ਹੈ। ਮੁੱਲਾ ਦਬੇ ਪੈਰ ਪਿੱਛੇ ਪਿੱਛੇ ਆਵੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜਾਣਦੇ ਨੇ ਪੌੜਾਂ ਦੀ ਪੈੜਾਂ ਦੀ ਆਵਾਜ਼ ਆਉਂਦੀ ਹੈ, ਪਰ ਸਿਆਣੇ ਪੁਰਸ਼ਾਂ ਦੀ ਇੱਕ ਵੱਡੀ ਗੱਲ ਹੁੰਦੀ ਹੈ, ਉਹ ਨਾ ਤੇ ਕਿਸੇ ਦੀ ਅੱਖ ਵਿੱਚ ਅੱਖ ਪਾ ਕੇ ਵੇਖਦੇ, ਨਾ ਕਦੇ ਪਿੱਛੇ ਮੁੜ ਕੇ ਕਿਸੇ ਨੂੰ ਵੇਖਦੇ। ਇਹ ਸਿਆਣੇ ਪੁਰਸ਼ਾਂ ਦਾ ਬਹੁਤ ਵੱਡਾ ਗੁਣ ਹੁੰਦਾ ਹੈ। ਸਾਡੇ ਵਰਗੇ ਮੂਰਖ ਸਾਹਮਣੇ ਆਉਂਦਾ ਅੱਖਾਂ ਚੱਖਾਂ ਪਾ ਕੇ ਵੇਖੀ ਜਾਣਗੇ, ਮੁੜ ਗਿਆ ਪਿੱਛੇ ਮੁੜ ਕੇ ਵੇਖ ਲੈਣਾ ਕੌਣ ਹੈ। ਇਹ ਸਟੇਟਸ ਨਹੀਂ ਹੁੰਦਾ। ਵੱਡੇ ਸੀ ਸਾਡੇ ਮਹਾਂਪੁਰਖ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜਾਣਦੇ ਨੇ ਮੁੱਲਾ ਹੀ ਹੈ ਪਿੱਛੇ, ਹੋਰ ਕਿਹਨੇ ਹੈ। ਕਿਉਂਕਿ ਮੁੱਲਾ ਨੇ ਕਿਹੜਾ ਕੋਈ ਚੰਗਾ ਕੰਮ ਕਰਨਾ, ਚੁਗਲੀਓ ਕਰਨੀ ਹੈ ਜਾ ਕੇ, ਹੈ ਧਰਮੀ ਬੰਦਾ। ਸਵੇਰੇ ਸਵੇਰੇ ਮਨ ਵਿੱਚ ਕਿੱਥੇ ਪਾਪ ਫੁਰਿਆ ਏ। ਜੇ ਅਬ ਰੋਰਾ ਪਾਏ ਸੁਨਾਉ, ਨਰਨ ਹਕਾਰ ਇਸੇ ਗਹਿਵਾਉ। ਇੱਕ ਤੇ ਮਨ ਚ ਖਿਆਲ ਆਇਆ ਵੀ ਇੱਥੇ ਰੌਲਾ ਪਾ ਦਿਆਂ, ਪਿੱਛੇ ਪਿੱਛੇ ਤੁਰਿਆ ਦਿੱਲੀ ਸ਼ਹਿਰ ਕੋਲ ਆ ਗਿਆ। ਕਹਿੰਦਾ ਜੇ ਰੌਲਾ ਪਾਤਾ ਹੋ ਸਕਦਾ ਸਿੱਖਾਂ ਦਾ ਗੁਰੂ ਭੱਜ ਜੇ ਤੇ ਬਦਨਾਮੀ ਹੋਗੀ। ਮੁੱਲਾ ਤੈਨੂੰ ਕੀ ਹੋ ਗਿਆ? ਫਿਰ ਸੋਚਦਾ ਕਿਸੇ ਨਾ ਕਿਸੇ ਤਰੀਕੇ ਦੁਆਰਾ ਕੋਈ ਸਿਪਾਹੀ ਮਿਲ ਜੇ, ਮੈਂ ਉਹਨੂੰ ਗੱਲ ਦੱਸ ਕੇ ਗੁਰੂ ਸਾਹਿਬ ਨੂੰ ਇੱਥੇ ਫੜਦਾ। ਬੇੜਾ ਅੰਮ੍ਰਿਤ ਵੇਲੇ ਦਾ। ਮਨ ਚ ਕੀ ਆਉਂਦਾ? ਬੁਰੀ ਸੋਚ। ਬੰਦਾ ਸਵੇਰੇ ਸਵੇਰੇ ਉੱਠ ਕੇ ਕਿਸੇ ਦਾ ਬੁਰਾ ਸੋਚਣ ਲੱਗ ਜੇ ਤੇ ਆਪਣਾ ਭਲਾ ਕਿੱਥੋਂ ਹੋਣਾ। ਮੁੱਲਾ ਬੜੀਆਂ ਗੱਲਾਂ ਸੋਚਦਾ ਹੈ, ਕਿਤੇ ਸਤਿਗੁਰਾਂ ਨੂੰ ਮੈਂ ਫੜ ਲਵਾਂ ਤੇ ਮਿਲੇਗਾ ਕੀ? ਬਾਦਸ਼ਾਹ ਮੈਨੂੰ ਸਨਮਾਨਿਤ ਕਰੇਗਾ। ਸਨਮਾਨਿਤ ਹਰ ਬੰਦਾ ਜੇ ਭੱਜਿਆ ਫਿਰਦਾ ਤੇ ਆਪਣੀ ਲਾਲਚ ਨੂੰ ਭੱਜਿਆ ਫਿਰਦਾ, ਕੋਈ ਕਿਸੇ ਦਾ ਨਹੀਂ ਇੱਥੇ। ਰਿਸ਼ਤੇਦਾਰ ਮਿੱਤਰ ਦੋਸਤ ਵੀ ਉਦੋਂ ਤੱਕ ਨੇ ਜਦੋਂ ਤੱਕ ਤੁਹਾਡੇ ਤੋਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਤਿਤ ਦਿਨ ਕਛੂ ਨਾ ਉਪਜੈ, ਤਿਤ ਦਿਨ ਬੋਲਣ ਗੰਧ। ਫਰਜ਼ ਕਹਿੰਦੇ ਜਿਸ ਦਿਨ ਲੋੜਾਂ ਪੂਰੀਆਂ ਹੋਣੀਆਂ ਬੰਦ ਹੋ ਗਈਆਂ, ਉੱਲੂ ਸਿੱਧਾ ਹੋਣਾ ਬੰਦ ਹੋ ਗਿਆ, ਤੇਰੇ ਆਪਣੇ ਜਾਨੋਂ ਪਿਆਰਾ ਕਹਿਣ ਵਾਲੇ ਤੈਨੂੰ ਦੁਸ਼ਮਣ ਕਹਿਣਗੇ, ਨਫ਼ਰਤ ਦੇ ਬੋਲ ਬੋਲਣਗੇ। ਹੁਣ ਕਾਜੀ ਨੂੰ ਧਰਮੀ ਕੀ ਆਖੀਏ? ਮੁੱਲਾ ਨੂੰ ਮਨ ਚ ਪਾਪ ਆ ਗਏ, ਪਾਪ ਆਪਣੇ ਮਨ ਚ ਵੀ ਆ ਸਕਦਾ, ਪਰ ਧਰਮ ਇੱਕੋ ਗੱਲ ਸਿਖਾਉਂਦਾ, ਸਿੱਧੇ ਰਾਹ ਤੁਰਿਆ ਜਾ, ਕਿਉਂ ਡੋਲੀ ਜਾਂਦੇ। ਇਸ ਮੁੱਲਾ ਨੇ ਪਹਿਲਾਂ ਤੇ ਸੋਚਿਆ ਗੁਰੂ ਨੂੰ ਗ੍ਰਿਫਤਾਰ ਕਰਾ ਦਿਆਂ, ਫਿਰ ਖਿਆਲ ਆਇਆ ਮੈਂ ਰੌਲਾ ਪਾ ਦਿਆਂ। ਸਨੈ ਸਨੈ ਕੈ ਸੰਗ ਸਿਧਾਰੋ, ਕਹਾਂ ਜਾਏ ਸਭ ਗਤੀ ਨਿਹਾਰੋ। ਕਿ ਮਨ ਇਹੋ ਜਿਹੇ ਸਮੇਂ ਤੇ ਸੈਂਸਿਟਿਵ ਨਹੀਂ ਹੁੰਦਾ, ਮਨ ਚਲਾਕ ਹੁੰਦਾ ਹੈ। ਫਿਰ ਤੀਜਾ ਸਵਾਲ ਮਨ ਨੇ ਕੀਤਾ, ਕਿਉਂ ਨਾ ਮੈਂ ਸਤਿਗੁਰਾਂ ਪਿੱਛੇ ਜੇਲ੍ਹ ਚਲਿਆ ਜਾਵਾਂ। ਜੇ ਜੇਲ੍ਹ ਗਏ ਪਤਾ ਤੇ ਲੱਗੇਗਾ ਕਿਹੜਾ ਕਿਹੜਾ ਹੱਥ ਕੜੀਆਂ ਲਾਉਂਦਾ, ਕਿਹੜਾ ਖੋਲਦਾ, ਕਿਹੜਾ ਮਿਲਦਾ ਹੈ। ਜੇ ਸਾਡੇ ਪ੍ਰਸ਼ਾਸਨ ਵਿੱਚ ਖੋਟ ਹੋਇਆ ਤੇ ਫਿਰ ਉੱਥੇ ਵੀ ਆਪਾਂ ਨੂੰ ਵੋਟ ਮਿਲਣੇ। ਬਾਦਸ਼ਾਹ ਕਹੇਗਾ ਵਾਹ ਮੁੱਲਾ ਜੀ ਤੂੰ ਤੇ ਕੰਮ ਹੀ ਬੜਾ ਚੰਗਾ ਕਰਦਾ ਹੈ। ਹੁਣ ਔਰੰਗਜ਼ੇਬ ਬਾਦਸ਼ਾਹ ਦਾ ਖਿਆਲ ਇਹਦੇ ਮਨ ਵਿੱਚ ਹੈ, ਗੁਰੂ ਸਾਹਿਬ ਦੀ ਮਹਿਮਾ ਭੁੱਲ ਚੁੱਕਿਆ ਏ। ਮਹਿਰ ਨਿਕਸਪੁਰ ਤੇ ਜਬ ਜਾਏ, ਨਰਨ ਬੁਲਾਏ ਤਬੈ ਗਹਿਵਾਏ। ਕਹਿੰਦਾ ਅੱਜ ਮੈਂ ਵੇਖਾਂ ਗੁਰੂ ਸਾਹਿਬ ਕਿੱਥੇ ਜਾਂਦੇ ਨੇ। ਜੇਲ੍ਹ ਵਿੱਚ ਕੌਣ ਮਿਲਦਾ ਹੈ? ਕੱਲ ਸਵੇਰ ਹੁੰਦੇ ਆ ਇਹਨਾਂ ਫੇਰ ਆਉਣਾ ਹੈ। ਮੈਂ ਉਸ ਵੇਲੇ ਪਹਿਲਾਂ ਹੀ ਬੰਦੇ ਬੁਲਾ ਲੈਣੇ ਨੇ, ਗੁਰੂ ਸਾਹਿਬ ਨੂੰ ਨਿਕਲਦੇ ਹੀ ਗ੍ਰਿਫਤਾਰ ਕਰ ਲੈਣਾ। ਇਹ ਪਾਪ ਹੈ, ਕਿਉਂਕਿ ਸੋਚ ਬੁਰੀ ਹੈ। ਪਾਪ ਦੇ ਪੁੰਨ ਕੀ ਹੁੰਦਾ ਹੈ?
ਸੋਚ ਪੋਜ਼ਿਟਿਵ ਹੋਵੇ ਤੇ ਉਹਨੂੰ ਪੁੰਨ ਕਿਹਾ ਜਾਂਦਾ ਹੈ, ਸੋਚ ਨੈਗੇਟਿਵ ਬਣ ਜੇ ਉਹਨੂੰ ਪਾਪ ਗਿਣਿਆ ਜਾਂਦਾ ਹੈ, ਉਹ ਮਾੜਾ ਕਰਮ ਹੈ ਜਿਹ 'ਚ ਕਿਸੇ ਦਾ ਬੁਰਾ ਹੋਵੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੱਖ ਭਰ ਕੇ ਮੁੱਲਾ ਨਹੀਂ ਵੇਖਿਆ, ਮੁੱਲਾ ਕੋਲ ਦੀ ਗੁਜ਼ਰ ਗਿਆ, ਪਰ ਹੁਣ ਇਹ ਚਾਹੁੰਦਾ ਹੈ ਵੀ ਜੇ ਇੱਥੇ ਰੌਲਾ ਪਾਇਆ ਤੇ ਕੱਲ ਨੂੰ ਇਹਨਾਂ ਨੇ ਆਉਣਾ ਨਹੀਂ। ਇਹ ਸਹੀ ਗੱਲ ਆ। ਜਿਹੜਾ ਬੰਦਾ ਨਿੱਤ ਦਾ ਜਾਣ ਵਾਲਾ ਹੋਵੇ, ਨਿੱਤ ਇਹੋ ਜਿਹੇ ਕਰਮ ਕਰਦਾ, ਉਹਦੀ ਪੈੜ ਦੱਬੀ ਚੱਲੋ, ਪੈੜ ਮੌਕਾ ਫੜੋ। ਰੌਲਾ ਪਾਇਆ ਕੀ ਹੈ, ਬੰਦਾ ਸੁਧਰ ਜਾਏਗਾ ਨਹੀਂ ਆਏਗਾ। ਮੁੱਲਾ ਨੇ ਅੱਜ ਵੇਖ ਲਿਆ ਸਤਿਗੁਰ ਜੇਲ੍ਹ ਦੇ ਕੋਲੇ ਆਏ। ਗੁਰੂ ਤੇਗ ਬਹਾਦਰ ਪਾਤਸ਼ਾਹ ਅੰਮ੍ਰਿਤ ਵੇਲੇ ਕਿਲੇ ਵਿੱਚ ਪ੍ਰਵੇਸ਼ ਹੋ ਗਏ। ਹਿਮ ਵਿਚਾਰ ਰਖ ਦ੍ਰਿਸ਼ਟ ਮਝਾਰੀ, ਮੰਦ ਮੰਦ ਹਵੈ ਚੱਲਿਓ ਪਿਛਾਰੀ। ਕਿਲੇ ਦੇ ਦਰਵਾਜ਼ੇ ਤੇ ਆ ਕੇ ਖੜ ਕੇ ਵੇਖਦਾ, ਜਦੋਂ ਸਤਿਗੁਰ ਅੰਦਰ ਗਏ ਦਰਵਾਜ਼ਾ ਆਪਣੇ ਆਪ ਖੁੱਲਿਆ ਤੇ ਆਪੀ ਬੰਦ ਹੋ ਗਿਆ। ਮੁੱਲਾਂ ਦਾ ਸ਼ੰਕਾ ਹੋਰ ਵੱਧ ਗਿਆ ਵੀ ਲੱਗਦਾ ਦਰਵਾਜ਼ਾ ਕਿਸੇ ਨੇ ਖੋਲਿਆ ਤੇ ਬੰਦ ਕੀਤਾ, ਅੰਦਰ ਸਾਰੀ ਰਲੇ ਹੋਏ ਨੇ। ਫੇਰ ਅੱਗੇ ਕੀ ਹੋਇਆ? ਕਹਿੰਦਾ ਹੁਣ ਚੱਲਦੇ ਆ ਬਾਦਸ਼ਾਹ ਕੋਲੇ। ਖੁਦਾ ਦਾ ਕੀ ਆ, ਰੋਜ਼ ਹੀ ਚੇਤੇ ਕਰਦੇ ਆ, ਇੱਕ ਦਿਨ ਨਹੀਂ ਕਰਾਂਗੇ ਵੀ ਤੇ ਖੁਦਾ ਦਾ ਹੀ ਕੰਮ ਹੈ। ਕਈ ਵਾਰ ਬੰਦਾ ਪਰਸਨਲ ਮੈਟਰ ਨੂੰ ਰੱਬ ਦਾ ਮੈਟਰ ਬਣਾ ਕੇ ਬਹਿ ਜਾਂਦਾ। ਹੁਣ ਸਵੇਰੇ ਸਵੇਰੇ ਆਪਣੀ ਕਰਤੂਤ ਵਿਖਾਉਣ ਵਾਸਤੇ ਕਿਲੇ ਤੋਂ ਚੱਲੇ ਅੰਦਰ, ਕਿਉਂਕਿ ਇੱਕੋ ਹੀ ਦਰਵਾਜ਼ਾ ਵੱਡਾ ਹੈ ਜਿੱਥੇ ਅੰਦਰ ਬਾਦਸ਼ਾਹ ਦਾ ਲਾਲ ਕਿਲੇ 'ਚ ਦਰਬਾਰ ਲੱਗਦਾ, ਉਹਦੀ ਬੈਕ ਤੇ ਅੰਦਰ ਜਾ ਕੇ ਜੇਲ੍ਹ ਬਣੀ ਹੋਈ ਹੈ। ਕਹਿੰਦਾ ਹੁਣ ਸਿੱਖਾਂ ਦਾ ਗੁਰੂ ਯਾਦ ਰੱਖੂਗਾ, ਇੰਨੀਆਂ ਸ਼ਕਤੀਆਂ ਦੇ ਬਦੌਲਤ ਵੀ ਲੋਕਾਂ ਨੂੰ ਰਿਸ਼ਵਤ ਦਿੰਦਾ ਏ। ਕਰ ਇਸ਼ਨਾਨ ਸਤਿਗੁਰ ਪੁਨ ਆਏ, ਕਾਰਾ ਗ੍ਰਹਿ ਮਹਿ ਜਬ ਪ੍ਰਵਿਸ਼ਾਏ। ਜਦੋਂ ਕੋਲ ਗਿਆ ਮੁੱਲਾ, ਹੁਣ ਮੁੱਲਾਂ ਦਾ ਸਾਰੇ ਕਰਦੇ ਨੇ ਸਤਿਕਾਰ। ਇਹ ਆਮ ਗੱਲ ਹੈ, ਧਰਮ ਨਾਲ ਜੁੜਿਆ ਬੰਦਾ ਹੋਵੇ, ਆਫੀਸਰ ਮੰਤਰੀ VIP ਸਾਰੇ ਇੱਜ਼ਤ ਕਰਦੇ। ਮੁੱਲਾਂ ਨੂੰ ਸਵੇਰੇ ਸਾਰੇ ਪੁੱਛਣ, ਮੁੱਲਾਂ ਦੀ ਤੁਹਾਡਾ ਤੇ ਜਾਮਾ ਮਸਜਿਦ 'ਚ ਸਮਾਂ, ਤੁਸੀਂ ਇੱਥੇ ਕੀ ਕਰਦੇ? ਪਹਿਲਾਂ ਤੇ ਖੁਦਾ ਖੁਦਾ। ਮੁੱਲਾਂ ਨੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਪਿੱਛੇ ਹੀ ਪੈਰ ਮੁੜਿਆ। ਕਹਿੰਦਾ ਮਨਾ, ਔਰੰਗਜ਼ੇਬ ਕੱਟੜ ਮੁਸਲਮਾਨ ਨਾ ਕਿਤੇ ਨਮਾਜ਼ ਹੀ ਨਾ ਪੜ੍ਹਦਾ ਹੋਵੇ, ਮੈਨੂੰ ਹੀ ਹਲਾਲ ਕਰਦੇ ਸਵੇਰੇ ਸਵੇਰੇ ਕਿ ਤੂੰ ਕਿੱਧਰ ਮੂੰਹ ਚੱਕਿਆ ਹੋਵੇ। ਪਤਾ ਲੱਗਦਾ ਮੂਰਖ ਬੰਦੇ ਦਾ ਕਿੱਧਰ ਕਿਸੇ ਦੀ ਗੱਲ ਕਿਵੇਂ ਕਰਦੇ, ਕੀ ਉਹਦਾ ਜਵਾਬ ਦੇ ਦੇ। ਮੁੱਲਾ ਵਾਪਸ ਮੁੜ ਗਿਆ। ਕਹਿੰਦਾ ਅੱਜ ਦਿਨ ਦੇ ਵਿੱਚ ਗੁਰੂ ਸਾਹਿਬ ਦਾ ਕੰਮ ਤੇ ਮੈਂ ਪੱਕਾ ਕਰ ਦੇਣਾ, ਪੱਕਾ। ਇਹ ਕੱਲ ਵੀ ਨਿਕਲੇ, ਅੱਜ ਵੀ ਨਿਕਲੇ ਨੇ, ਕੱਲ ਫੇਰ ਨਿਕਲਣਗੇ। ਦੇਖਤ ਹਟਿਓ ਮੁਲਾਨਾ ਤਹਾਂ, ਹਿਰਦੇ ਵਿਚਾਰ ਭਈ ਗਤ ਕਹਾਂ। ਕਹਿੰਦੇ ਮਨ ਨੂੰ ਚੈਨ ਨਹੀਂ ਆਉਂਦਾ। ਅੱਜ ਮਸਜਿਦ ਵਿੱਚ ਵੀ ਆਇਆ, ਨਮਾਜ਼ ਵੀ ਪੜ੍ਹੀ ਹੈ, ਪਰ ਟਿਕਾ ਨਹੀਂ ਮਿਲਦਾ। ਕਰਾਂ ਕੀ ਕਰਾਂ? ਜਿੰਨੀ ਦੇਰ ਤੱਕ ਸਤਿਗੁਰਾਂ ਦਾ ਭਾਂਡਾ ਮੈਂ ਨਹੀਂ ਭੰਨਦਾ, ਉਦੋਂ ਤੱਕ ਮੈਨੂੰ ਚੈਨ ਨਹੀਂ ਆਉਂਦਾ। ਇਹ ਸੱਚ ਹੈ ਜੀ। ਜਦੋਂ ਤੱਕ ਆਪਾਂ ਕਿਸੇ ਦੀ ਚੁਗਲੀ ਨਾ ਕਰ ਲਈਏ, ਕਿਸੇ ਦੀ ਗੱਲ ਕਿਸੇ ਕੋਲ ਨਾ ਦੱਸ ਦਈਏ, ਸਾਨੂੰ ਰੋਟੀ ਖਾਣ ਤੋਂ ਬਾਅਦ ਉਦੋਂ ਤੱਕ ਡਕਾਰ ਨਹੀਂ ਆਉਂਦਾ। ਆਖੋ ਸਭ ਨਾਮ। ਇਹ ਆਦਤ ਹੈ ਹਰ ਬੰਦੇ ਦੀ। ਗੱਲਾਂ ਗੱਲਾਂ 'ਚ ਆਪਾਂ ਸਭ ਕੁਝ ਕਹਿ ਵੀ ਦੇਣਾ ਤੇ ਕਹਿਣਾ ਛੱਡ ਪਰਾਂ ਜੀ, ਕਿਸੇ ਦੀ ਗੱਲ ਕੀ ਕਰਨੀ ਆਪਾਂ, ਸਾਨੂੰ ਕੀ ਲੋੜ ਹੈ। ਹੁਣ ਮੁੱਲਾ ਸੀ ਧਰਮੀ, ਜਦੋਂ ਤੱਕ ਇਹ ਬਾਦਸ਼ਾਹ ਨੂੰ ਗੱਲ ਨਹੀਂ ਦੱਸਦਾ, ਇਹਨੂੰ ਰੋਟੀ ਹਜਮ ਕਿੱਥੋਂ ਹੋ ਜਾਣੀ ਹੈ। ਸਵੇਰੇ ਸਵੇਰੇ ਪਾਲੇ ਸਭਾ ਵਾਲੇ ਕੱਪੜੇ, ਤਿਆਰ ਹੋ ਗਿਆ। ਘਰ ਵਾਲੀ ਪੁੱਛਦੀ ਕਿੱਥੇ ਚੱਲੇ ਆ? ਕਹਿੰਦਾ ਤੇਰਾ ਬੋਲਣਾ ਜ਼ਰੂਰੀ ਹੈ, ਮੈਂ ਸ਼ੁਭ ਕੰਮ ਚੱਲੇ ਆ। ਵੇਖੀ ਤੇ ਸਹੀ, ਬਾਦਸ਼ਾਹ ਮੈਨੂੰ ਸਨਮਾਨਿਤ ਕਰਦਾ, ਆਪਣੇ ਵੱਲੋਂ ਖੁਸ਼ ਹੈ, ਬੜਾ ਮਹਾਨ ਕੰਮ ਹੋਣ ਲੱਗਿਆ ਏ। ਚੌਂਕੀਦਾਰ ਮਿਲੇ ਇਨ ਸੰਗ, ਮੋਚ ਦੇਤ ਬੰਧਨ ਸਰਬੰਗ। ਹੁਣ ਮਾਨੀ ਮਨ ਸੋਚਦਾ ਆਉਂਦਾ ਹੈ, ਕਹਿੰਦਾ ਮੈਨੂੰ ਤੇ ਤਾਂ ਇਨਾਮ ਮਿਲਣਾ ਜਦੋਂ ਮੈਂ ਚੌਂਕੀਦਾਰ ਫਸਾਤੇ ਸਾਰੇ। ਜਿਹੜੇ ਰਾਤ ਨੂੰ ਜਾਗਣ ਵਾਲੇ ਨੇ, ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਰਲੇ ਨੇ ਗੁਰੂ ਨਾਲ। ਹੁਣ 7 ਤਾਲੇ ਤੇ ਸਤਿਗੁਰਾਂ ਨੂੰ ਅੰਦਰ ਲੱਗੇ ਹੋਏ ਨੇ, ਬਾਹਰ ਕਿੰਨੇ ਪਹਿਰੇਦਾਰ ਨੇ। ਪਹਿਰੇਦਾਰ ਬੋਲਦਾ ਕਿਉਂ ਨਹੀਂ, ਸ਼ਿਕਾਇਤ ਕਿਉਂ ਨਹੀਂ ਕਰਦਾ? ਮਤਲਬ ਸਾਖ ਦੀ ਮਿਲੀ ਭੁਗਤ ਹੈ। ਸ਼ੰਕੇ ਦਾ ਕੀ ਹੈ, ਸ਼ੱਕ ਦਾ ਕੀ? ਜਿੰਨਾ ਮਰਜ਼ੀ ਵਧਾਈ ਚਲੋ, ਦੁੱਧ 'ਚ ਜਿੰਨਾ ਮਰਜ਼ੀ ਪਾਣੀ ਪਾਈ ਚਲੋ, ਰੰਗ ਨਹੀਂ ਬਦਲਦਾ, ਲੱਸੀ ਉਹ ਬਣੀ ਜਾਣੀ, ਵਧੀਆ ਹੋ ਜਾਣਾ। ਮੁੱਲਾ ਰਸਤੇ 'ਚ ਫੇਰ ਖੜ ਗਿਆ। ਕਹਿੰਦਾ ਕਿਤੇ ਆਹ ਗੱਲ ਆਪਾਂ ਨੂੰ ਪੁੱਠੀ ਤਾਂ ਨਹੀਂ ਪਊਗੀ। ਉਹਨੇ ਇੱਕ ਆਪਣਾ ਮਿੱਤਰ ਹੋਰ ਬੁਲਾਇਆ, ਉਹਨੂੰ ਵੀ ਪੁੱਛਿਆ, ਦੋਨੇ ਖੁਸ਼। ਉਹ ਕਹਿੰਦੇ ਤੇ ਸਰਪ੍ਰਾਈਜ਼ ਹੈ, ਬਹੁਤ ਵੱਡੀ ਅਚਰਜਤਾ। ਔਰੰਗਜ਼ੇਬ ਬਾਦਸ਼ਾਹ ਤੇ ਇਸ ਗੱਲ ਵਿੱਚ ਭੁਲੇਖਾ ਰੱਖੀ ਬੈਠਾ ਹੈ ਵੀ ਮੈਂ ਸਤਿਗੁਰਾਂ ਨੂੰ ਤਸੀਹੇ ਦੇ ਰਿਹਾ। ਜਦੋਂ ਬਾਦਸ਼ਾਹ ਦੇ ਪ੍ਰਸ਼ਾਸਨ ਦੀ ਕਮਜ਼ੋਰੀ ਆਪਾਂ ਦੱਸਾਂਗੇ, ਉਹ ਬਾਦਸ਼ਾਹ ਸਾਨੂੰ ਵਫਾਦਾਰ ਰੱਖੇਗਾ, ਵਫਾਦਾਰ। ਇਹ ਖੁਸ਼ ਹੋ ਕੇ ਮੁੱਲਾ ਕਿਲੇ ਦੀ ਤਰਫ ਨੂੰ ਚੱਲਿਆ। ਦਿਨ ਦੇ 9:30 ਵਜੇ ਦਾ ਸਮਾਂ, ਬਾਦਸ਼ਾਹ ਦਾ ਦਰਬਾਰ ਸਜਿਆ ਏ। ਬਹੁਰ ਜਾਏ ਬੰਧਨ ਕੋ ਧਾਰੇ,
ਮੱਜਨ ਕਰਹਿ ਸੁਨਹਿ ਨਿਰਵਾਰਹਿ। ਕਹਿੰਦੇ ਜਦੋਂ ਮੈਂ ਹੁਣ ਬਾਦਸ਼ਾਹ ਨੂੰ ਅੰਦਰ ਜਾ ਕੇ ਕਹਿਣਾ ਹੈ ਵੀ ਤੂੰ ਤੇ ਬੇਫਿਕਰ ਹੋਇਆ ਬੈਠਾ ਵੀ ਮੈਂ ਸਤਿਗੁਰਾਂ ਨੂੰ 7 ਜੰਦਿਆਂ 'ਚ ਰੱਖਿਆ ਹੈ, ਕੈਦੀ ਤੇ ਨਹਾ ਨਹੀਂ ਸਕਦਾ ਤੇ ਮੱਝਾਂ ਇਸ਼ਨਾਨ ਕਰਦੇ ਫਿਰਦੇ। ਕਹਿੰਦੇ ਫਿਰ ਬਾਦਸ਼ਾਹ ਕੰਨ ਚੁੱਕੂ, ਬਾਦਸ਼ਾਹ ਪਰੇਸ਼ਾਨ ਹੋ ਜਾਏਗਾ। ਜੇਲਰ ਵੀ ਬਦਲਿਆ, ਸਭ ਕੁਝ ਬਦਲ ਲਿਆ। ਗੁਰੂ ਤੇ ਸਖਤੀ ਵੀ ਕਰ ਲਈ, ਬੰਦੇ ਜਾਗਦੇ ਨੇ। ਸਤਿਗੁਰ ਰਾਤ ਨੂੰ ਨਿਕਲਦੇ ਕਿਉਂ ਨੇ? ਦਰਬ ਦਿਓ ਹੋਏ ਗੋ ਸਮੁਦਾਏ, ਜਿਸ ਤੇ ਨਿਸਮਹਿ ਹੈ ਇਤ ਉਤ ਜਾਏ। ਬਾਦਸ਼ਾਹ ਨੂੰ ਆ ਕੇ ਕਹਿੰਦਾ ਹੈ ਬਾਦਸ਼ਾਹ ਸਲਾਮਤ, ਘੋਰ ਪਾਪ ਘੋਰ ਪਾਪ। ਧਰਮੀ ਬੰਦਾ ਇਹੋ ਜੀ ਗੱਲ ਕਰੇ ਲੋਕੀ ਹੈਰਾਨ ਦੇ ਹੁੰਦੇ ਨੇ ਨਾ। ਕਾਜੀ ਮੁੱਲਾ ਸਾਰੇ ਬੈਠੇ, ਕਹਿੰਦੇ ਕੀ ਹੋਇਆ? ਕਹਿੰਦਾ ਬਸ ਜੀ ਉਹ ਕੁਝ ਹੋ ਗਿਆ ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਇਹ ਗੱਲ ਨੂੰ ਪ੍ਰਭਾਵਸ਼ਾਲੀ ਕਰ ਰਿਹਾ। ਕਈ ਬੰਦਿਆਂ ਕੋਲ ਤਰੀਕਾ ਹੁੰਦਾ ਹੈ, ਗੱਲ ਨੂੰ ਇਹੋ ਜਿਹੇ ਤਰੀਕੇ ਨਾਲ ਕਰੋ ਬੰਦਾ ਸੁਣਦਾ ਕੀ ਬੋਲ ਕੇ ਗਿਆ ਸੀ, ਇਹਨੇ ਕੀ ਆਖਿਆ। ਸਾਰੀ ਸਭਾ ਦਾ ਧਿਆਨ ਇਹਦੇ ਵੱਲ ਹੋ ਗਿਆ, ਸਭ ਦਾ ਧਿਆਨ। ਬਾਦਸ਼ਾਹ ਨੂੰ ਇਹਨੇ ਇੰਨਾ ਡਰਾਤਾ, ਕਹਿੰਦਾ ਜੀ ਕਹਿਰ ਹੋ ਗਿਆ ਕਹਿਰ। ਬਾਦਸ਼ਾਹ ਜੀ ਤੁਹਾਡਾ ਸੁਪਨਾ ਮੈਨੂੰ ਲੱਗਦਾ ਅਧੂਰਾ ਰਹਿ ਜਾਏਗਾ, ਅਧੂਰਾ। ਔਰੰਗਜ਼ੇਬ ਕਹਿੰਦਾ ਮੁੱਲਾ ਜੀ ਤੁਸੀਂ ਧਰਮੀ ਬੰਦੇ, ਆਪਣੀ ਰਸਨਾ ਤੇ ਇਹੋ ਜੀ ਗੱਲ ਕਿਉਂ ਕਰਦੇ? ਹੋਇਆ ਕੀ? ਕਹਿੰਦਾ ਬਸ ਬਾਦਸ਼ਾਹ ਜੀ ਹੋਇਆ ਉਹ ਜਿਹਦੇ ਬਾਰੇ ਕਦੇ ਮੈਂ ਵੀ ਸੋਚ ਨਹੀਂ ਸਕਦਾ ਸੀ। ਨਹਿ ਆਚੀ ਇਹ ਜਾਨੀ ਪਰ ਚਲਿਓ ਜਾਏਗੋ ਤੋ ਦੁਖ ਧਰੈ। ਕਹਿੰਦੇ ਵੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਤੁਸੀਂ ਕੈਦ ਵਿੱਚ ਰੱਖਿਆ, ਤੁਸੀਂ ਸੋਚਦੇ ਅੰਦਰ ਹੀ ਰਹਿੰਦੇ ਨੇ। ਕਹਿੰਦਾ ਬਿਲਕੁਲ। ਹੁਣ ਬਾਦਸ਼ਾਹ ਨੂੰ ਆਪਣੇ ਵਜ਼ੀਰਾਂ ਤੇ ਆਪਣੇ ਮੰਤਰੀਆਂ ਤੇ ਆਪਣੇ ਪ੍ਰਸ਼ਾਸਨ ਤੇ ਭਰੋਸਾ ਹੈ। ਕਹਿੰਦਾ ਬਾਦਸ਼ਾਹ ਜੀ ਹੋ ਸਕਦਾ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਾ ਹੋਵੇ। ਉਹ ਜਿਹੜਾ ਪਹਿਲਾ ਮੁੱਲਾ ਸੀ ਨਾ, ਜਿਹਨੇ ਇੱਕ ਵਾਰ ਆ ਕੇ ਸ਼ਿਕਾਇਤ ਲਾਈ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖਾਂ ਦੇ ਘਰੇ ਭੋਜਨ ਛਕਦੇ ਨੇ, ਉਹ ਆ ਗਿਆ ਕਹਿੰਦਾ ਬਾਦਸ਼ਾਹ ਜੀ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਇੱਕ ਦਿਨ ਸੱਚ ਸਾਹਮਣੇ ਆਏਗਾ, ਆ ਗਿਆ ਵੇਖ ਲਓ, ਇਹ ਤਾਂ ਨਹੀਂ ਮੇਰੇ ਨਾਲ ਰਲਿਆ। ਉਹ ਵੀ ਕੋਲ ਖੜ ਗਿਆ ਕਿ ਇਹ ਮੁੱਲਾ ਕਹਿੰਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਸਵੇਰ ਵੇਲੇ ਜਾ ਕੇ ਜਮਨਾ ਤੇ ਨਿਤ ਇਸ਼ਨਾਨ ਕਰਦੇ ਨੇ। ਹੋਰ ਹੋਤ ਮੈਂ ਸ਼ਾਹੂ ਸੁਨਾਉ, ਕਰਤਾ ਗੀਤ ਸੁਚਿਤ ਕਰਵਾਉ। ਮੈਂ ਤੇ ਕੱਲ ਹੀ ਆਉਣਾ ਚਾਹੁੰਦਾ ਸੀ ਤੁਹਾਡੇ ਕੋਲੇ, ਫਿਰ ਸੋਚਿਆ ਵੀ ਇੱਕ ਵਾਰ ਮੈਂ ਆਪ ਅੱਖੀ ਵੇਖ ਲਾਂ, ਵਿਸ਼ਵਾਸ ਬਣਾ ਲਾਂ, ਕਨਫਰਮ ਕਰ ਲਾਂ ਵੀ ਸੱਚਮੁੱਚ ਗੁਰੂ ਸਾਹਿਬ ਹੀ ਨੇ। ਕਿਉਂਕਿ ਜਦੋਂ ਤੱਕ ਮੇਰੇ ਕੋਲ ਸਬੂਤ ਨਹੀਂ ਕੋਈ ਮਜ਼ਬੂਤ, ਉਦੋਂ ਤੱਕ ਮੈਂ ਸ਼ਿਕਾਇਤ ਨਹੀਂ ਕਰ ਸਕਦਾ। ਮੈਂ ਅੱਖੀ ਵੇਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਇੱਕ ਵਾਰ ਨਹੀਂ 2 ਵਾਰ। ਉਹੀ ਮੁਖੜਾ, ਉਹੀ ਚਿਹਰਾ, ਉਹੀ ਵਸਤਰ, ਉਹੀ ਹਾਲ ਉਹਨਾਂ ਦੇ ਨੇ। ਏਮ ਚਿਤਵਤ ਚਿਤ ਵਿਖੇ ਮੁਲਾਨਾ, ਬੈਠੇ ਮਹਿਜਿਦ ਭਈ ਬਿਹਾਨਾ। ਕਹਿੰਦਾ ਬਾਦਸ਼ਾਹ ਜੀ ਮੈਂ ਤੇ ਮਸਜਿਦ ਵਿੱਚ ਵੀ ਬੈਠਾ ਸੀ, ਉੱਥੇ ਵੀ ਧਿਆਨ ਚ ਗੁਰੂ ਸਾਹਿਬ ਆਈ ਜਾਣ। ਇਹ ਕੁਦਰਤੀ ਗੱਲ ਹੈ ਜੀ। ਜਿੱਦਣ ਸਾਡੇ ਮਨ ਵਿੱਚ ਕੋਈ ਪਾਪ ਹੋਵੇ, ਕੋਈ ਬੁਰਾਈ ਹੋਵੇ, ਗੁਰਦੁਆਰਾ ਸਾਹਿਬ ਆ ਕੇ ਵੀ, ਗੁਟਕਾ ਸਭ ਲੈ ਕੇ ਵੀ, ਘਰੇ ਸੌਂਦਿਆਂ ਉੱਠਦਿਆਂ ਬਹਿੰਦਿਆਂ ਵੀ ਉਹ ਗੱਲ ਸਾਡਾ ਪਿੱਛਾ ਨਹੀਂ ਛੱਡਦੀ ਜੋ ਸਾਡੇ ਨਾਲ ਹੋਈ ਹੋਵੇ। ਉਹ ਖਿਆਲ ਨਹੀਂ ਜਾਂਦੇ ਅੰਦਰ। ਮਨ ਇੰਨਾ ਚੰਦਰ ਹੈ, ਮਾੜੇ ਤੋਂ ਮਾੜੇ ਖਿਆਲਾਤ ਜਿਹੜੇ ਸੁਪਨਿਆਂ ਵਿੱਚ ਵੀ ਕਦੇ ਆਏ ਹੋਣ ਨਾ, ਬੁਰੇ, 25-50 ਸਾਲਾਂ ਬਾਅਦ ਵੀ ਯਾਦ ਰੱਖਦੇ ਇੱਕ ਸੁਪਨਾ ਆਇਆ ਸੀ ਇਦਾਂ ਦਾ। ਲੈ ਚੰਗੀ ਗੱਲ ਸਵੇਰੇ ਦੱਸ ਦੋ, ਸਵੇਰ ਦੀ ਗੱਲ ਛੱਡੋ। ਆ ਤੁਸੀਂ ਸਾਰੀ ਕਥਾ ਸੁਣੀ ਆ ਨਾ। ਲੈ ਬਾਹਰ ਜਾ ਕੇ ਕੋਈ ਇੱਕ ਬੰਦਾ ਪੁੱਛ ਲੇ ਵੀ ਅੱਜ ਕੀ ਹੋਇਆ, ਖੀਰ ਪੂੜੇ ਵੇਖ ਕੇ ਸਾਰਾ ਕੁਝ ਭੁੱਲ ਜਾਣਾ। ਸਤਿਨਾਮ, ਪਤਾ ਹੀ ਨਹੀਂ ਕੀ ਹੋਇਆ। ਚੰਗੀਆਂ ਗੱਲਾਂ ਨੇ। ਬੁਰੀ ਗੱਲ ਸੁਣਾਈ ਹੋਵੇ, ਕਿਸੇ ਤੇ ਤਵਾ ਲਾਇਆ ਹੋਵੇ, ਕਿਸੇ ਨੂੰ ਮਾੜਾ ਕਿਹਾ ਹੋਵੇ, ਭੱਜੇ ਫਿਰਦੇ ਮੈਨੂੰ ਕਿਹਾ ਅੱਜ, ਇਹ ਤੇ ਮੈਨੂੰ ਕਹਤਾ। ਗੁਰੂ ਦੀ ਗੱਲ, ਗੁਰੂ ਦੀ ਮੱਤ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਹੁੰਦੀ। ਸੱਚੀਆਂ ਗੱਲਾਂ ਨੇ ਕਿਸੇ ਨਾ ਕਿਸੇ ਤੇ ਫਿੱਟ ਆਈ ਜਾਂਦੀਆਂ। ਆਖੋ ਸਤਿਨਾਮ। ਕਿਸੇ ਨਾ ਕਿਸੇ ਦੇ ਗੋਡੇ ਗਿੱਟੇ ਲੱਗ ਹੀ ਜਾਂਦੀਆਂ। ਹੁਣ ਮੁੱਲਾ ਕਹਿੰਦਾ ਬਾਦਸ਼ਾਹ ਜੀ ਮੈਂ ਸੱਚੀ ਕਹਿਣ ਲੱਗਿਆ, ਗੁਰੂ ਸਾਹਿਬ ਨੂੰ ਮੈਂ ਵੇਖਿਆ ਹੀ ਨਾ ਅੱਖਾਂ ਨਾਲ। ਬਾਦਸ਼ਾਹ ਕਹਿੰਦਾ ਮੁੱਲਾ ਜੀ ਮੈਨੂੰ ਯਕੀਨ ਨਹੀਂ ਹੁੰਦਾ, ਕਿਉਂਕਿ ਉਹ ਰਾਜਨੀਤੀ ਦਾ ਮਾਸਟਰਮਾਈਂਡ ਹੈ। ਉਹ ਵੇਖਦਾ ਕਿਤੇ ਮੁੱਲਾ ਨੰਬਰ ਬਣਾਉਣ ਵਾਸਤੇ ਤਾਂ ਨਹੀਂ ਫਿਰਦਾ, ਐਵੇਂ ਤਾਂ ਨਹੀਂ ਤੁਰਿਆ ਆ। ਔਰੰਗਜ਼ੇਬ ਕਹਿੰਦਾ ਨਹੀਂ ਹੋ ਸਕਦਾ ਏਦਾਂ, ਕਿਉਂਕਿ ਮੈਨੂੰ ਆਪਣੇ ਬੰਦਿਆਂ ਤੇ ਵਿਸ਼ਵਾਸ ਹੈ। ਜਿੰਨੇ ਤਾਲੇ ਸਤਿਗੁਰਾਂ ਨੂੰ ਲੱਗੇ ਇੰਨੇ ਤੇ ਮੈਂ ਕਿਸੇ ਨੂੰ ਨਹੀਂ ਲਾਏ ਅੱਜ ਤੱਕ। ਉਹ ਕਦੇ ਵੀ ਬਾਹਰ ਜਾ ਨਹੀਂ ਸਕਦੇ। ਪਹਿਰ ਬਸਤਰ ਕੋ ਦੁਸ਼ਟ ਵਡੇਰਾ, ਗਮਨਿਓ ਸ਼ਾਹੋ ਨਿਕਟ ਤਿਸ ਬੇਰਾ। ਕਹਿੰਦਾ ਬਾਦਸ਼ਾਹ ਜੀ ਅੱਜ ਤੀਜਾ ਦਿਨ ਹੈ, ਮੈਨੂੰ ਪਤਾ ਹੈ ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਤੁਸੀਂ ਅੱਖੀ ਦੇਖੀ ਗੱਲ ਦੀ ਗੱਲ ਕਰਦੇ ਹੋ। ਜੇ ਮੈਂ ਤੁਹਾਨੂੰ ਅੱਖੀ ਵਿਖਾ ਦਿਆਂ
ਬਾਦਸ਼ਾਹ ਕਹਿੰਦਾ ਗੱਲ ਹੀ ਫੇਰ ਬਣਨੀ, ਆਖੋ ਸਤਨਾਮ। ਹੁਣ ਮੁੱਲਾਂ ਦੇ ਅੰਦਰ ਪਾਪ ਫੇਰ ਜਾਗ ਪਿਆ, ਕਹਿੰਦਾ ਜੇ ਸਵੇਰੇ ਨਾ ਆਏ ਫੇਰ ਕੀ ਬਣੂਗਾ। ਹੁਣ ਇਹ ਵੀ ਔਖਾ ਨਾ, ਕਿਸੇ ਨੂੰ ਫੜਨਾ ਹੋਵੇ, ਕਿਸੇ ਨੂੰ ਵੇਖਣਾ ਹੋਵੇ ਤੇ ਬੰਦਾ ਪਹੁੰਚੇ ਨਾ, ਕਰੀਏ ਕੀ। ਮੁੱਲਾ ਸੋਚਦਾ, ਕਹਿੰਦਾ ਨਹੀਂ ਬਾਦਸ਼ਾਹ ਜੀ ਮੈਂ ਸੱਚ ਕਹਿਣਾ। ਬਾਦਸ਼ਾਹ ਕਹਿੰਦਾ ਮੈਂ ਸੱਚੀ ਗੱਲ ਪੁੱਛਦਾ, ਤੈਨੂੰ ਪ੍ਰੂਫ ਦੇਂਗਾ, ਸਬੂਤ। ਦੁਬਦਾ ਚ ਪੈ ਗਿਆ, ਕਹਿੰਦਾ ਛੱਡੋ ਰਹਿਣ ਦੋ ਜੀ, ਆਪ ਹੀ ਪਤਾ ਲੱਗ ਜਾਣਾ। ਔਰੰਗਜ਼ੇਬ ਕਹਿੰਦਾ ਨਹੀਂ ਮੁੱਲਾ ਜੀ, ਜਦੋਂ ਤੁਸੀਂ ਐਡੀ ਵੱਡੀ ਗੱਲ ਕਰ ਦਿੱਤੀ, ਤੁਸੀਂ ਕੱਲ ਉਹਨਾਂ ਨੂੰ ਵੇਖਿਆ, ਅੱਜ ਵੀ ਦੇਖ ਲਿਆ, ਤੇ ਜਿਨ੍ਹਾਂ ਨੂੰ 2 ਦਿਨ ਦੇਖਿਆ, ਤੀਜੇ ਦਿਨ ਕਿਹੜਾ ਛੁੱਟੀ ਤੇ ਜਾਣਗੇ, ਆਉਣਗੇ ਤਾਂ ਫੇਰ ਨਾ। ਤੂੰ ਸਾਨੂੰ ਇੱਕ ਵਾਰ ਅੱਖਾਂ ਦੇ ਸਾਹਮਣੇ ਫੜਾ ਦੇ, ਤੇਰਾ ਮਾਨ ਸਨਮਾਨ ਹੋਏਗਾ। ਇਸ ਕੀ ਗਾਥਾ ਬੈਠ ਸੁਣਾਈ, ਗੁਰ ਹਿੰਦੁਨ ਜੋ ਕੈਦ ਕਰਾਈ। ਬਾਦਸ਼ਾਹ ਜੀ ਮੇਰਾ ਦਿਲ ਕਹਿੰਦਾ ਏ ਤੁਸੀਂ ਮੁਸਲਮਾਨ ਨਹੀਂ ਬਣਾ ਸਕਦੇ। ਮੁੱਲਾ ਵੀ ਤੇਜ਼ ਨਿਕਲਿਆ ਵੀ ਹੁਣ ਗੱਲ ਸਾਰੀ ਆਪਣੇ ਸਿਰ ਡਿੱਗਦੀ, ਆਪਾਂ ਕਿਉਂ ਲੈਣੀ ਹੈ। ਕਹਿੰਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਲੱਗਦਾ ਜੇਲ੍ਹ ਪ੍ਰਸ਼ਾਸਨ ਨਾਲ ਮਿਲੇ ਹੋਏ ਨੇ, ਆਪਣੀ ਜਾਨ ਬਚਾਓ, ਆਪਾਂ ਕਿਸੇ ਤੋਂ ਕੀ ਲੈਣਾ ਹੈ। ਉਹ ਸਾਰੀ ਗੱਲ ਘੁਮਾ ਫਿਰਾ ਕੇ ਜੇਲਰਾਂ ਤੇ ਸੁੱਟਦਾ ਹੈ, ਜਦੋਂ ਬਾਦਸ਼ਾਹ ਨੇ ਫੜ ਲਏ ਆਪੇ ਮੰਨ ਜਾਣਗੇ। ਮੈਂ ਤੇ ਨਿਕਲਿਆ ਨਾ, ਬਸ ਦੁਨੀਆ ਵਿੱਚ ਤੁਹਾਨੂੰ ਬੜੇ ਲੋਕ ਏਦਾਂ ਦੇ ਮਿਲਣਗੇ, ਕਰਤੂਤਾਂ ਉਹ ਸਾਡੀਆਂ ਜਾਣਦੇ ਨੇ, ਸਾਥੋਂ ਡਰਦੇ ਨਹੀਂ। ਕਹਿੰਦੇ ਕਿਉਂ, ਮਿੱਤਰ ਦੋਸਤ ਰੁੱਸ ਜੂ ਸਾਡੇ ਨਾਲ, ਪਰ ਜਿਹੜਾ ਸੱਚਾ ਬੰਦਾ ਹੁੰਦਾ ਨਾ, ਉਹ ਕਹਿੰਦਾ ਮੈਂ ਗੱਲ ਮੂੰਹ ਤੇ ਕਹਿਣ ਲੱਗਿਆ, ਤੈਨੂੰ ਚੰਗੀ ਲੱਗੇ ਤਾਂ ਵੀ ਠੀਕ, ਬੁਰੀ ਲੱਗੀ ਤਾਂ ਵੀ ਠੀਕ, ਪਰ ਕਹਿਣਾ ਤੇਰੇ ਭਲੇ ਲਈ, ਉਹ ਕਹਿ ਦਿੰਦੇ। ਅਸਲ 'ਚ ਮਿੱਤਰ ਉਹੀ ਹੈ ਜੋ ਸਾਡੇ ਔਗਣਾਂ ਨੂੰ ਸਾਡੇ ਸਾਹਮਣੇ ਰੱਖੇ ਤੇ ਉਹ ਸਾਨੂੰ ਪਿਆਰ ਕਰਦਾ ਹੈ। ਜਿਹੜਾ ਸਾਡੇ ਔਗਣਾਂ ਤੇ ਪਰਦਾ ਪਾ ਕੇ ਝੂਠੀਆਂ ਤਾਰੀਫਾਂ ਕਰੀ ਜਾਂਦਾ, ਦੁਸ਼ਮਣ ਹੈ। ਉਹ ਸਾਨੂੰ ਪਰਪੱਕ ਕਰਦਾ, ਮਾੜੇ ਕੰਮ ਹੋਰ ਕਰੀ ਚੱਲ, ਕੋਈ ਨਹੀਂ, ਠੋਕਰ ਖਾਏਗਾ ਵੱਡੀ ਸਟੇਜ ਤੇ ਜਾ ਕੇ। ਮੁੱਲਾ ਚਿੰਤਾ 'ਚ ਬੈਠਾ ਹੈ, ਕਹਿੰਦਾ ਜੀ ਜੇਲਰਾਂ ਨੂੰ ਪੁੱਛ ਲਓ, ਬੁਲਾ ਲਓ, ਕਿੰਨੇ ਚੌਕੀਦਾਰ ਸੀ, ਮੈਂ ਤੇ ਆਪ ਵੇਖਿਆ। ਗੁਰੂ ਸਾਹਿਬ ਦਰਵਾਜ਼ੇ 'ਚੋਂ ਬੜੇ ਦਰਵਾਜ਼ੇ ਖੁੱਲ ਗਏ, ਉਹਨਾਂ ਦੇ ਹੱਥ ਤੇ ਨਾ ਕੋਈ ਹੱਥ ਕੜੀ ਸੀ ਤੇ ਨਾ ਪੈਰ ਨੂੰ ਬੇੜੀ ਸੀ। ਚਲਾਕੀ ਹੈ ਨਾ, ਦੂਜੇ ਗੱਲ ਛੱਡ ਦਿਓ, ਗੱਲ ਆਪਣੇ ਆਪ ਨੂੰ ਬੁਰੇ ਨਾ ਕਹਾਓ। ਔਰੰਗਜ਼ੇਬ ਬਾਦਸ਼ਾਹ ਸੁਭਾਵਕ ਸੀ, ਚਿੰਤਾ ਚ ਆਊਗਾ। ਉਹਦੇ ਬੜੇ ਦਿਨਾਂ ਤੋਂ ਡਿਪਰੈਸ਼ਨ ਵਿੱਚ ਬੈਠਾ, ਸਿੱਖਾਂ ਦੇ ਗੁਰੂ ਮੰਨਦੇ ਕਿਉਂ ਨਹੀਂ, ਮੈਂ ਬੜੇ ਦੁੱਖ ਤਸੀਹੇ ਦੇ ਲਏ ਨੇ। ਸੋ ਮੈਂ ਫਿਰਤ ਰਾਤ ਕੋ ਹੀਰਾ, ਏਕ ਜਾਮ ਹੋਤੀ ਤਿਸ ਬੀਰਾ। ਲਓ ਜੀ, 1 ਪਹਿਰ ਦਾ ਸਮਾਂ ਸੀ, ਸਵੇਰੇ 3 ਸਵਾ 3 ਦਾ ਟਾਈਮ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜਮਨਾ 'ਚ ਚੁੱਪੀਆਂ ਲਾਉਂਦੇ ਸੀ। ਮੈਂ ਰੁੱਖ ਪਿੱਛੇ ਲੁਕ ਕੇ ਵੇਖਿਆ ਤੇ ਦੂਜੇ ਦਿਨ ਤੇ ਸ਼ਰੇਆਮ ਹੀ ਵੇਖ ਲਿਆ। ਸਤਿਗੁਰ ਇਸ਼ਨਾਨ ਕਰਕੇ ਆਉਂਦੇ ਨੇ। ਬਾਦਸ਼ਾਹ ਕਹਿੰਦਾ ਕਿੰਨੇ ਜਣੇ ਨਾਲ ਸੀ, ਕਹਿੰਦਾ ਇਕੱਲੇ ਹੀ ਸੀ। ਹੁਣ ਬਾਦਸ਼ਾਹ ਇਸੇ ਗੱਲ ਤੇ ਸੋਚਦਾ ਵੀ ਜਦੋਂ ਸਿੱਖ ਘਰ ਰੋਟੀ ਖਾਣ ਗਏ ਉਦੋਂ 5 ਸੀ, ਅੱਜ ਇਕੱਲੇ ਕਿਉਂ। ਲੱਗਦਾ ਮੁੱਲਾ ਝੂਠ ਬੋਲਦਾ, ਸਤਨਾਮ। ਰਾਜਨੀਤੀ ਇਸੇ ਨੂੰ ਕਿਹਾ ਜਾਂਦਾ ਹੈ, ਗੱਲ ਚੋਂ ਗੱਲ ਫੜਦੀ ਵੀ ਜੇ ਸਤਿਗੁਰ ਉਦੋਂ 5 ਸਿੱਖਾਂ ਨੂੰ ਲਿਜਾ ਸਕਦੇ ਤੇ ਅੱਜ ਸਿੱਖ ਨਹਾ ਕਿਉਂ ਨਹੀਂ ਸਕਦੇ। ਅੱਜ ਕਿਹੜਾ ਬੁਖਾਰ ਚੜਿਆ ਸਾਰਿਆਂ, ਕੀ ਗੱਲ ਹੈ। ਔਰੰਗਜ਼ੇਬ ਫੇਰ ਪੁੱਛਦਾ, ਮੁੱਲਾ ਜੀ ਗੁਰੂ ਸਾਹਿਬ ਇਕੱਲੇ ਕਿਉਂ ਸੀ, ਪੈਰਾਂ 'ਚ ਕੀ ਪਾਇਆ ਸੀ। ਕਹਿੰਦਾ ਜੀ ਨੰਗੇ ਪੈਰ ਸੀ। ਤੇ ਫੇਰ ਪੁੱਛਦਾ ਕੋਈ ਹੱਥ ਕੜੀ ਲੱਗੀ ਹੋਵੇ। ਮੁੱਲਾ ਕਹਿੰਦਾ ਐਸਾ ਕੁਛ ਨਹੀਂ ਸੀ, ਬੜੇ ਸੋਹਣੇ ਜਿਹੇ ਬਸਤਰ ਪਾਏ, ਸਾਦਗੀ ਵਾਲੇ ਚੱਟੇ, ਵਾਹਿਗੁਰੂ ਵਾਹਿਗੁਰੂ ਕਰਦੇ ਗਏ ਨੇ। ਬੰਦਨ ਅੰਗ ਬਿਖੇ ਤਿਸ ਨਾਹੀ, ਕਰਤ ਗੁਸਲ ਜਮਨਾ ਜਲ ਮਾਹੀ। ਕਿਉਂਕਿ ਹੁਣ ਇਹਨੇ ਕਦੋਂ ਵੇਖੀ ਹੱਥ ਕੜੀਆਂ, ਜਦੋਂ ਸਤਿਗੁਰ ਚੁੱਪੀ ਲਾਉਂਦੇ, ਇਸ਼ਨਾਨ ਕਰਦੇ, ਜੇ ਹੱਥ ਕੜੀਆਂ ਲੱਗੀਆਂ ਖੜਕਾ ਕਰਨਗੀਆਂ, ਪਤਾ ਲੱਗਦਾ ਹੈ। ਮੁੱਲਾ ਸਪਸ਼ਟ ਕਹਿੰਦਾ ਜੀ ਗੁਰੂ ਸਾਹਿਬ ਸ਼ਰੇਆਮ ਸੀ, ਕੁਛ ਨਹੀਂ ਲੱਗਿਆ ਸੀ, ਬਸਤਰਾਂ ਵਿੱਚ ਸਨ ਜਦੋਂ ਆਏ ਨੇ। ਪਰ ਇਸ ਟਾਈਮ ਸਤਿਗੁਰ ਜੇਲ੍ਹ 'ਚ ਬੈਠੇ। ਜੇ ਬਾਦਸ਼ਾਹ ਕਨਫਰਮ ਵੀ ਕਰਦਾ ਤੇ ਗੁਰੂ ਸਾਹਿਬ ਚੌਂਕੜਾ ਲਾ ਕੇ ਬੈਠੇ, ਸਿਪਾਹੀ ਖੜੇ ਨੇ, ਕੌਣ ਫਸੇਗਾ। ਕਦੇ ਕਦੇ ਇਹੋ ਜਿਹੇ ਕੇਸ ਆਉਂਦੇ ਨੇ, ਕੇਸ ਕਰਨ ਵਾਲਾ ਹੀ ਉਹਦੇ ਵਿੱਚ ਵਲਿਆ ਜਾਂਦਾ ਹੈ, ਵਿੱਚ ਹੀ ਉਲਝ ਜਾਂਦਾ ਹੈ। ਬੜੇ ਤੁਸੀਂ ਲੋਕ ਵੇਖੇ ਹੋਣੇ, ਹਾਈ ਕੋਰਟ ਸੁਪਰੀਮ ਕੋਰਟ ਗਏ ਇਸ ਤਰੀਕੇ ਨਾਲ ਸੀ ਵੀ ਇਹ ਜ਼ਮੀਨ ਕਿਸੇ ਦੀ ਆਪਣੇ ਨਾਂ ਕਰਾ ਲੈਂਦੇ ਆ। ਅੱਗੋਂ ਵਕੀਲ ਟੱਕਰ ਗਿਆ ਆਪਣੇ ਵਰਗਾ, ਕਹਿੰਦਾ ਪੁੱਤ ਬਹਿ ਜਾ, ਹੁਣ ਜਾਣ ਨਹੀਂ ਦਿੰਦਾ, ਸਤਨਾਮ ਆ ਜਾ ਹੁਣ ਤੂੰ। ਹੁਣ ਮੁੱਲਾ ਨੂੰ ਆਪਣਾ ਫਿਕਰ ਪੈ ਗਿਆ ਵੀ ਤੂੰ ਚੰਗੇ ਪਾਸੇ ਤੁਰਿਆ, ਖੁਦਾ ਖੁਦਾ ਕਰਦਾ, ਤੂੰ ਕੀ ਲੈਣਾ ਕਿਸੇ ਤੋਂ। ਚਮਚਾਗਿਰੀ ਹੈ ਨਾ, ਖੁਸ਼ਾਮਦ ਹੈ ਨਾ। ਹੁਣ ਔਰੰਗਜ਼ੇਬ ਦੇ ਕੋਲ ਖੜਿਆ, ਦੂਜਾ ਮੁੱਲਾ ਸਪੋਰਟ ਕਰਦਾ, ਬਾਦਸ਼ਾਹ ਜੀ ਆਪਾਂ ਨੂੰ ਜੇਲਰਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ, ਕਿਤੇ ਨਾ ਹੋਵੇ ਅੱਜ ਸਤਿਗੁਰ ਇਸ਼ਨਾਨ ਕਰਨ ਜਾਂਦੇ ਨੇ, ਕੱਲ ਨੂੰ ਸਿੱਧਾ ਹੀ ਪੰਜਾਬ ਲੰਘ ਜਾਣਾ, ਫਿਰ ਕਿੱਥੋਂ ਲੱਭ ਕੇ ਲੈ ਕੇ ਆਵਾਂਗੇ। ਮੈਂ ਦੇਖਤ ਗਮਨਿਓ ਤਿਸ ਪਾਛੇ, ਕਰ ਮੱਜਨ ਮਨ ਭਾਵਤ ਆਛੇ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਜੇ ਗੱਲ ਇਹ ਸੱਚੀ ਹੈ ਫਿਰ ਤੇ ਬਹੁਤ ਵੱਡੀ ਹੈ,
ਇਹ ਤੇ ਫਿਰ ਪ੍ਰਸ਼ਾਸਨ ਨੇ ਸੰਨ ਲਾ ਲਿਆ ਨਾ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੇਲਰਾਂ ਨਾਲ, ਕੈਦੀਆਂ ਨਾਲ, ਪ੍ਰਸ਼ਾਸਨ ਨਾਲ ਮਿਲੇ ਹੋਏ ਨੇ, ਔਰੰਗਜ਼ੇਬ ਕਹਿੰਦਾ ਸਾਡੇ ਮੱਥੇ ਕਲੰਕ ਹੈ, ਮੱਥੇ ਸਾਡੀ ਕੈਦ ਵਿੱਚ ਤੇ ਹਵਾ ਨਹੀਂ ਆਉਂਦੀ ਤੇ ਗੁਰੂ ਸਾਹਿਬ ਬਾਹਰ। ਹੁਣ ਬਾਦਸ਼ਾਹ ਇਸ ਗੱਲ ਤੇ ਵਿਸ਼ਵਾਸ ਕਿਉਂ ਕਰਦਾ ਹੈ? ਕਿਉਂਕਿ ਪਹਿਲਾਂ ਵੀ ਹੋਇਆ ਹੈ। ਵਜ਼ੀਰ ਜਾ ਕੇ ਜੇਲ੍ਹ ਵਿੱਚ ਵੇਖ ਕੇ ਆਏ, ਮਰ ਉੱਥੇ ਵੀ ਬੈਠੇ ਨੇ, ਸਿੱਖ ਦੇ ਘਰ ਜਾ ਕੇ ਮੁੱਲਾ ਦੇ ਨਾਲ ਵੇਖਿਆ, ਉੱਥੇ ਵੀ ਰੋਟੀ ਖਾ ਰਹੇ ਨੇ, ਲੰਗਰ ਛਕ ਰਹੇ। ਹੁਣ ਬਾਦਸ਼ਾਹ ਕਹਿੰਦਾ ਕਰੀਏ ਤੇ ਕੀ ਕਰੀਏ? ਬਾਕੀ ਕਹਿੰਦੇ ਜੀ ਮੁੱਲਾ ਜੀ ਦੀ ਗੱਲ ਫੋਲੋ ਕਰ ਲਓ, ਕੱਲ ਸਵੇਰੇ 10-12 ਬੰਦੇ ਜਾਓ, ਸਤਿਗੁਰਾਂ ਨੂੰ ਰੰਗੇ ਹੱਥੀ ਫੜ ਲਓ, ਗ੍ਰਿਫਤਾਰ ਕਰ ਲਓ। ਉਧਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਿਓ, ਇੱਧਰ ਜਿਹੜੇ ਦਰਵਾਜ਼ਿਆਂ ਤੇ ਖੜੇ ਸਾਰਿਆਂ ਦੇ ਨਾਂ ਲਿਖ ਲਿਓ ਕਿਹੜੇ ਕਿਹੜੇ। ਹੁਣ ਬਾਦਸ਼ਾਹ ਨੇ ਇਹ ਪੱਕਾ ਕਰਤਾ ਵੀ ਸਵੇਰੇ 2 ਵਜੇ ਸਾਰੀ ਫੋਰਸ ਤਿਆਰ ਹੋਵੇ, ਗੁਰੂ ਸਾਹਿਬ ਨਿਕਲਣਗੇ। ਕਿਉਂਕਿ ਜਿਹੜਾ ਨਿੱਤ ਦਾ ਚੱਲਣ ਵਾਲਾ ਹੋਵੇ ਨਾ ਇਨਸਾਨ, ਭਾਵੇਂ ਧਰਮੀ ਹੈ ਚਾਹੇ ਅਧਰਮੀ ਹੈ, ਉਹਨੇ ਆਪਣੇ ਸਮੇਂ ਤੇ ਜਾਣਾ ਹੀ ਜਾਣਾ ਹੈ। ਕਹਿੰਦਾ ਗੁਰੂ ਸਾਹਿਬ ਜਾਣ ਕੇ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਆਇਓ, ਆਪਾਂ ਇੱਥੇ ਹੀ ਸਿਰ ਕਲਮ ਕਰ ਦਿਆਂਗੇ, ਇੱਥੇ ਹੀ ਕੰਮ ਨਿਬੇੜ ਦਿਆਂਗੇ। ਔਰੰਗਜ਼ੇਬ ਬਾਦਸ਼ਾਹ ਐਡੇ ਗੁੱਸੇ 'ਚ ਅੱਜ ਆਇਆ ਹੋਇਆ ਹੈ। ਇੱਧਰ ਸਮਾਂ ਵੀ ਹੋ ਗਿਆ ਜੀ, ਜੋ ਕੁਝ ਵੀ ਹੋਏਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।